ਜੋ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੀਆਂ ਲੜੀਵਾਰ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਗੁਰੂ ਦਰਬਾਰ ਅੰਦਰ ਜੁੜ ਕਰਕੇ ਔਰ ਆਪਣੇ ਘਰਾਂ ਦੇ ਵਿੱਚ ਟੈਲੀਵਿਜ਼ਨ ਦੇ ਮਾਧਿਅਮ ਰਾਹੀਂ ਇਸ ਅਸਥਾਨ ਤੋਂ ਸਰਵਣ ਕਰਦੀਆਂ ਹੋ ਉਹਨਾਂ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਨੂੰ ਆਰੰਭਣ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ ਆਪਣਾ ਬਖਸ਼ਿਸ਼ ਭਰਿਆ ਮਿਹਰ ਭਰਿਆ ਹੱਥ ਸਿਰ ਤੇ ਰੱਖਣ। ਸਤਿਗੁਰੂ ਜੀ ਆਪ ਰਸਨਾ ਉੱਤੇ ਵਰਤ ਕੇ ਆਪਣੀ ਬਾਣੀ ਆਪਣੇ ਸ਼ਬਦ ਦੀ ਵਿਚਾਰ ਆਪ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਬਖਸ਼ੋ ਅਸੀਸ ਕੋਈ ਰਸਨਾ ਵਾਂਝੀ ਨਾ ਰਹੇ। ਦੋਵੇਂ ਹੱਥ ਜੋੜ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਦਿਆਂ ਹੋਇਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾਂ ਪਵਿੱਤਰ ਦੋਵੇਂ ਹੱਥ ਜੋੜ ਮਿਲ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਸ਼ਲੋਕ ਭਗਤ ਕਬੀਰ ਜੀਓ ਕੇ ਇਕ ਓੰਕਾਰ ਸਤ ਗੁਰ ਪ੍ਰਸਾਦ। ਕਬੀਰ ਅਰੋੜਾ ਹੋਏ ਰਹੋ ਬਾਟ ਕਾ ਤਾਜ ਮਨ ਕਾ ਅਭਿਮਾਨ। ਐਸਾ ਕੋਈ ਦਾਸ ਹੋਏ ਤਾਹੇ ਮਿਲੈ ਭਗਵਾਨ। ਜਿਸ ਪਾਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਭਾਈ ਸਾਹਿਬ ਹੋਰਾਂ ਪਾਸੋਂ ਬੜੇ ਅਦਬ ਸਤਿਕਾਰ ਦੇ ਨਾਲ ਸਰਵਣ ਕੀਤਾ ਹੈ। ਇਹ ਪਾਵਨ ਬਚਨ ਸ਼ਲੋਕ ਰੂਪ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ। ਸ਼ਲੋਕ ਭਗਤ ਕਬੀਰ ਜੀਓ ਕੇ ਸਰਲੇਖ ਹੇਠ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 1372 ਦੇ ਉੱਪਰ ਸੁਭਾਇਮਾਨ ਹੈ ਔਰ ਇਸ ਤੋਂ ਪਹਿਲਾਂ ਆਪ ਸੰਗਤਾਂ ਨੇ 145 ਸ਼ਲੋਕਾਂ ਤੱਕ ਦੀ ਜੋ ਵਿਚਾਰ ਹੈ ਉਹ ਕੱਲ ਦੇ ਦੀਵਾਨਾਂ ਤੱਕ ਸਰਵਣ ਕੀਤੀ ਹੈ ਔਰ ਅਗਲੇਰੇ 4 ਸ਼ਲੋਕਾਂ ਦਾ ਪਾਠ ਆਪ ਸੰਗਤ ਨੇ ਹੁਣ ਸਰਵਣ ਕੀਤਾ ਹੈ ਔਰ ਅੱਜ ਦੇ ਇਹਨਾਂ ਪਾਵਨ ਸ਼ਲੋਕਾਂ ਦੇ ਵਿੱਚ ਇਹਨਾਂ ਪਾਵਨ ਬਚਨਾਂ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਭਗਵਾਨ ਨੂੰ ਮਿਲਣ ਦਾ ਅਕਾਲ ਪੁਰਖ ਪਰਮੇਸ਼ਵਰ ਨੂੰ ਮਿਲਣ ਦਾ ਇੱਕ ਤਰੀਕਾ ਦੱਸ ਰਹੇ ਨੇ ਵੀ ਜੇ ਉਹਨੂੰ ਮਿਲਣਾ ਹੋਵੇ ਤੇ ਕਿਸ ਢੰਗ ਨਾਲ ਮਿਲਿਆ ਜਾ ਸਕਦਾ ਹੈ। ਕਿਉਂਕਿ ਅੱਜ ਦੇ ਸਮੇਂ ਵਿੱਚ ਇੱਕ ਬੜਾ ਵੱਡਾ ਸਵਾਲ ਹੈ
ਜੇ ਰੱਬ ਨੂੰ ਮਿਲਣਾ ਹੋਵੇ ਤੇ ਕਿਵੇਂ ਮਿਲਿਆ ਜਾਵੇ। ਰੱਬ ਨੂੰ ਮਿਲਣ ਦੇ ਲਈ ਕਿਹੜਾ ਢੰਗ ਵਰਤਿਆ ਜਾਏ, ਕਿਹੜਾ ਤਰੀਕਾ ਵਰਤਿਆ ਜਾਏ, ਜਿਸ ਤਰੀਕੇ ਦੇ ਨਾਲ ਸਾਨੂੰ ਉਹ ਅਕਾਲ ਪੁਰਖ, ਉਹ ਪਰਮੇਸ਼ਵਰ, ਉਹ ਪ੍ਰਮਾਤਮਾ ਜਿਹੜਾ ਉਹ ਮਿਲ ਜਾਏ। ਇੱਕ ਬੜਾ ਵੱਡਾ ਹਰ ਇੱਕ ਇਨਸਾਨ ਦੇ, ਜਿਹੜਾ ਰੱਬ ਦੀ ਹੋਂਦ ਨੂੰ ਮੰਨਣ ਵਾਲਾ ਹੈ ਨਾ, ਰੱਬ ਦੀ ਹੋਂਦ ਨੂੰ ਮੰਨਣ ਵਾਲੇ ਇਨਸਾਨ ਦੇ ਮਨ ਦਾ ਇੱਕ ਸਵਾਲ ਇਹ ਹੈ ਵੀ ਰੱਬ ਨੂੰ ਮਿਲਣਾ ਹੋਵੇ ਤੇ ਰੱਬ ਕਿਵੇਂ ਮਿਲੇ। ਫਰਕ ਇੰਨਾ ਕੁ ਕਹਿ ਸਕਦੇ ਹਾਂ ਕਿ ਹਰ ਧਰਮ ਦੇ ਮਨੁੱਖ ਨੇ ਆਪਣੇ ਆਪਣੇ ਧਰਮ ਮੁਤਾਬਕ ਆਪਣੇ ਆਪਣੇ ਜੋ ਧਰਮ ਦੇ ਨਿਯਮ ਨੇ, ਉਹਨਾਂ ਨਿਯਮਾਂ ਦੇ ਮੁਤਾਬਕ ਉਹਨੇ ਅਕਾਲ ਪੁਰਖ ਨੂੰ, ਪਰਮੇਸ਼ਵਰ ਨੂੰ ਮਿਲਣ ਦੇ ਲਈ ਜਿਹੜੀ ਵਿਚਾਰ ਹੈ ਉਹ ਆਪਣੇ ਮਨ ਦੇ ਨਾਲ ਕੀਤੀ, ਜਾਂ ਕਈ ਵਾਰ ਕਈ ਸ਼ਖਸੀਅਤਾਂ ਦੇ ਨਾਲ ਮਿਲ ਕੇ ਉਹ ਇਸ ਗੱਲ ਦੀ ਵਿਚਾਰ ਕਰਨ ਦੀ ਕੋਸ਼ਿਸ਼ ਕਰਦਾ ਵੀ ਮੈਂ ਰੱਬ ਨੂੰ ਮਿਲਣਾ ਹੋਵੇ ਤੇ ਕਿਵੇਂ ਮਿਲਾਂ। ਤੇ ਉਹ ਯਤਨ ਤੇ ਬਹੁਤ ਕਰਦਾ ਇਨਸਾਨ ਵੀ ਸ਼ਾਇਦ ਕਿਸੇ ਤਰੀਕੇ, ਕਿਸੇ ਢੰਗ ਦੇ ਨਾਲ ਉਹ ਅਕਾਲ ਪੁਰਖ ਪਰਮੇਸ਼ਵਰ ਮਿਲ ਜਾਏ। ਪਰ ਫਿਰ ਵੀ ਜਿਹੜੇ ਇਨਸਾਨੀ ਯਤਨ ਨੇ ਨਾ, ਉਹ ਇਨਸਾਨੀ ਯਤਨ ਕਿਤੇ ਨਾ ਕਿਤੇ ਜਾ ਕੇ ਜਿਹੜੇ ਉਹ ਅਜ਼ਾਈਂ ਚਲੇ ਜਾਂਦੇ ਨੇ। ਜਦੋਂ ਇਹ ਇਨਸਾਨ ਆਪਣੀ ਮੱਤ ਦੇ ਨਾਲ, ਆਪਣੀ ਸਿਆਣਪ ਦੇ ਨਾਲ ਅਕਾਲ ਪੁਰਖ ਨੂੰ ਮਿਲਣ ਦੀ ਕੋਸ਼ਿਸ਼, ਅਕਾਲ ਪੁਰਖ ਨੂੰ ਮਿਲਣ ਦਾ ਯਤਨ ਕਰਦਾ, ਕਿਤੇ ਨਾ ਕਿਤੇ ਜਾ ਕੇ ਇਨਸਾਨੀ ਮੱਤ ਜਿਹੜੀ ਹੈ ਉਹ ਫਿੱਕੀ ਪੈ ਜਾਂਦੀ ਹੈ। ਇਨਸਾਨ ਦੀ ਮੱਤ ਜਿਹੜੀ ਹੈ ਉਹ ਕਿਤੇ ਨਾ ਕਿਤੇ ਜਾ ਕੇ ਜਿਹੜੀ ਹੈ ਇਸ ਜਗ੍ਹਾ ਦੇ ਉੱਤੇ ਟਪੱਲਾ ਖਾ ਜਾਂਦੀ ਹੈ, ਜਾਂ ਇੱਕ ਭਰਮ ਦੇ ਵਿੱਚ ਰਹਿ ਜਾਂਦੀ ਹੈ ਵੀ ਮੈਂ ਪਰਮੇਸ਼ਵਰ ਨੂੰ ਮਿਲਣਾ ਸੀ ਤੇ ਅਕਾਲ ਪੁਰਖ ਦੇ ਮਿਲਾਪ ਤੋਂ ਮੈਂ ਸੱਖਣਾ ਰਹਿ ਗਿਆ। ਅੱਜ ਭਗਤ ਜੀ ਨੇ ਜਿਹੜਾ ਜ਼ਿਕਰ ਕੀਤਾ ਉਹ ਪਰਮੇਸ਼ਵਰ ਨੂੰ ਮਿਲਣ ਦਾ ਹੀ ਜ਼ਿਕਰ ਕੀਤਾ ਵੀ ਜੇ ਅਸੀਂ ਉਹਨੂੰ ਮਿਲਣਾ ਹੋਵੇ ਤੇ ਕਿਵੇਂ ਮਿਲਿਆ ਜਾਵੇ। ਸਭ ਤੋਂ ਪਹਿਲਾਂ ਉਹਨਾਂ ਜ਼ਿਕਰ ਕੀਤਾ, ਕਹਿੰਦੇ ਮਨੁੱਖਾ, ਜੇ ਤੂੰ ਰੱਬ ਨੂੰ ਮਿਲਣਾ ਚਾਹੁੰਦਾ ਤੇ ਤੈਨੂੰ ਇੱਕ ਕੰਮ ਕਰਨਾ ਪੈਣਾ, ਤੇ ਉਹ ਕੰਮ ਹੈ ਬਹੁਤ ਮੁਸ਼ਕਲ ਹੈ, ਹਰ ਇੱਕ ਦੇ ਵੱਸ ਦੀ ਗੱਲ ਨਹੀਂ ਹੈ ਉਸ ਕਰਮ ਨੂੰ ਕਰ ਲੈਣਾ। ਉਹ ਕਰਮ ਮੁਸ਼ਕਲ ਬਹੁਤ ਹੈ। ਪੁੱਛ ਲਿਆ ਜੀ ਕੀ ਕਰਨਾ ਹੈ, ਤੇ ਭਗਤ ਜੀ ਨੇ ਫਿਰ ਜਵਾਬ ਦਿੱਤਾ, ਕਹਿੰਦੇ ਤੈਨੂੰ ਇਨਸਾਨ ਹੋਣ ਦੀ ਜਿਹੜੀ ਹੋਂਦ ਹੈ ਨਾ ਉਹ ਖਤਮ ਕਰਨੀ ਪੈਣੀ ਹੈ। ਤੈਨੂੰ ਇਹ ਹੋਂਦ ਖਤਮ ਕਰਨੀ ਪੈਣੀ ਹੈ ਵੀ ਮੈਂ ਕੋਈ ਤਾਕਤ ਹਾਂ, ਮੈਂ ਕੋਈ ਸਮਰੱਥਾ ਹਾਂ, ਮੇਰੇ ਕੋਲ ਕੋਈ ਬਲ ਹੈ। ਇਹ ਹੋਂਦ ਖਤਮ ਕਰ ਦੇ। ਤੇ ਕਹਿੰਦੇ ਜੀ ਖਤਮ ਕਿੱਦਾਂ ਕਰਨੀ ਹੈ? ਤੇ ਭਗਤ ਜੀ ਕਹਿੰਦੇ ਏਦਾਂ ਕਰ ਭਾਈ, ਜੇ ਤੂੰ ਆਪਣੇ ਜੀਵਨ ਦੇ ਅੰਦਰ ਇਸ ਹੋਂਦ ਨੂੰ ਖਤਮ ਕਰਨਾ ਚਾਹੁੰਦਾ ਹੈ ਨਾ, ਤੇ ਫਿਰ ਏਦਾਂ ਕਰ ਕਿ ਸਾਰਿਆਂ ਤੋਂ ਨੀਵਾਂ ਹੋ ਜਾ, ਸਾਰਿਆਂ ਤੋਂ ਮਾੜਾ ਬਣ ਜਾ। ਮਾੜਾ ਭਾਵ ਇਹ ਨਹੀਂ ਵੀ ਹੁਣ ਭੈੜੇ ਕਰਮ ਕਰਨ ਲੱਗ ਜਾ, ਉਹ ਪੱਖ ਤੋਂ ਮਾੜਾ ਨਹੀਂ। ਮਾੜਾ ਭਾਵ ਇਹ ਵੀ ਜਿਹੜੇ ਮਰਜ਼ੀ ਵੱਡੇ, ਉੱਚੇ ਤੋਂ ਉੱਚਾ ਬੰਦਾ ਕਿਉਂ ਨਾ ਆ ਜਾਏ, ਜਾਂ ਨੀਵੇਂ ਤੋਂ ਨੀਵਾਂ ਕਿਉਂ ਨਾ ਆ ਜਾਏ, ਗਰੀਬ ਤੋਂ ਗਰੀਬ ਕਿਉਂ ਨਾ ਆ ਜਾਏ, ਤੂੰ ਉਹਦੇ ਅੱਗੇ ਵੀ ਆਪਣੀ ਹੋਂਦ ਜਿਹੜੀ ਇਹਨਾਂ ਨੂੰ ਉਹਨੂੰ ਦਰਸਾਈ ਨਾ, ਆਪਣੀ ਹੋਂਦ ਖਤਮ ਕਰ ਲਾ। ਤੇ ਭਗਤ ਜੀ ਨੇ ਫਿਰ ਬਕਾਇਦਾ ਦੱਸਿਆ, ਕਹਿੰਦੇ ਤੈਨੂੰ ਕਰਨਾ ਇਹ ਪੈਣਾ ਹੈ ਕਿ ਕਬੀਰ ਰੋੜਾ ਹੋਏ ਰਹੋ ਬਾਟ ਕਾ। ਰੋੜਾ ਕਿਹਾ ਜਾਂਦਾ ਇੱਕ ਨਿੱਕੇ ਜਿਹਾ ਪੱਥਰ ਨੂੰ, ਬਾਟ ਮਤਲਬ ਰਸਤਾ। ਕਹਿੰਦੇ ਇਦਾਂ ਦਾ ਪੱਥਰ ਬਣ ਜਾ, ਇਦਾਂ ਦਾ ਨਿੱਕਾ ਜਿਹਾ ਰੋੜਾ ਬਣ ਜਾ ਜਿਹੜਾ ਰਸਤੇ ਵਿੱਚ ਪਿਆ ਰਹੇ। ਹੁਣ ਇੱਥੇ ਇਹ ਨਹੀਂ ਵੀ ਅਸੀਂ ਸਰੀਰ ਜਿਹੜਾ ਉਹਨੂੰ ਤਬਦੀਲ ਕਰਨ ਦੀ ਕੋਸ਼ਿਸ਼ ਕਰ ਲੈਣੀ ਵੀ ਰੋੜਾ ਬਣ ਜਾਈਏ। ਹੁਣ ਰੋੜਾ ਕਿੱਥੋਂ ਬਣਾਂਗੇ? ਭਾਵ ਇਹ ਵੀ ਆਪਣਾ ਜਿਹੜਾ ਮਨ ਹੰਕਾਰ ਨਾਲ ਭਰਿਆ ਪਿਆ ਨਾ, ਅਭਿਮਾਨ ਨਾਲ ਭਰਿਆ ਪਿਆ ਹੈ, ਹਉਮੈ ਨਾਲ ਭਰਿਆ ਪਿਆ, ਤੇ ਜਿਹੜਾ ਬੜਾ ਵੱਡਾ ਬਣਿਆ ਫਿਰਦਾ ਇਨਸਾਨ, ਉਹ ਇਨਸਾਨ ਨੂੰ ਅੱਜ ਸਮਝਾਉਂਦੇ ਆ ਭਗਤ ਜੀ। ਕਹਿੰਦੇ ਸੱਜਣਾ, ਜੇ ਰੱਬ ਨੂੰ ਮਿਲਣਾ ਚਾਹੁੰਦਾ ਤੇ ਰੋੜਾ ਬਣ ਜਾ, ਵਾਟ ਦਾ, ਰਾਹ ਦਾ ਰੋੜਾ ਬਣ ਜਾ। ਮਤਲਬ ਇਹ ਵੀ ਸਾਰਿਆਂ ਦੇ ਪੈਰਾਂ ਵਿੱਚ ਹੀ ਰਹਿ, ਕਿਸੇ ਤੋਂ ਆਪਣੇ ਆਪ ਨੂੰ ਉੱਚਾ ਕਰਨ ਦੀ ਕੋਸ਼ਿਸ਼ ਨਾ ਕਰੀ, ਉੱਚਾ ਕਰਨ ਦਾ ਯਤਨ ਨਾ ਕਰੀ। ਔਰ ਤਜ ਮਨ ਕਾ ਅਭਿਮਾਨ, ਆਪਣੇ ਮਨ ਦਾ ਜਿਹੜਾ ਅਭਿਮਾਨ ਹੈ ਉਹਨੂੰ ਛੱਡ ਦੇ ਜੇ ਰੱਬ ਨੂੰ ਮਿਲਣਾ ਚਾਹੁੰਦਾ। ਪਹਿਲੋਂ ਤੇ ਆ ਦੋ ਗੱਲਾਂ ਕੀਤੀਆਂ। ਹੁਣ ਜਦੋਂ ਸਤਿਗੁਰੂ ਜੀ ਦੀ ਬਾਣੀ ਪੜ੍ਹਦੇ ਆ ਤੇ ਬਾਣੀ ਦੇ ਅੰਦਰ ਮਾਲਕ ਜੀ ਨੇ ਇੱਕ ਵਾਰ ਨਹੀਂ ਬੜੀ ਵਾਰ ਸਾਨੂੰ ਇਸ ਗੱਲ ਦੀ ਜਿਹੜੀ ਸਿੱਖਿਆ ਉਹ ਸਤਿਗੁਰੂ ਜੀ ਦਿੰਦੇ ਨੇ, ਭਾਈ ਤੂੰ ਏਦਾਂ ਕਰ। ਸਤਿਗੁਰੂ ਜੀ ਕਹਿੰਦੇ ਤਿਆਗ ਮਾਨ ਝੂਠ ਗੁਮਾਨ। ਤਿਆਗ ਮਾਨ ਝੂਠ ਅਭਿਮਾਨ। ਆਪਣੇ ਜੀਵਨ ਦੇ ਅੰਦਰ ਗੁਮਾਨ ਜਿਹੜਾ, ਆਪਣੇ ਜੀਵਨ ਦੇ ਅੰਦਰ ਮਾਨ ਜਿਹੜਾ, ਉਹਨੂੰ ਤਿਆਗ ਦੇ, ਝੂਠਾ ਅਭਿਮਾਨ ਵੀ ਛੱਡ ਦੇ। ਜੀਵਤ ਮਰੇ, ਇਦਾਂ ਕੀ ਹੋਏਗਾ? ਜਿਉਂਦੇ ਜੀ ਮਰ ਜਾਏਗਾ। ਦਰਗਾਹ ਪ੍ਰਵਾਨ, ਫਿਰ ਰੱਬ ਦੇ ਦਰ ਤੇ ਪ੍ਰਵਾਨ ਹੋ ਜਾਏਗਾ।
ਰੱਬ ਦੇ ਦਰ ਤੇ ਤੇਰੀ ਕਬੂਲਤਾ ਪੈ ਜਾਏਗੀ। ਗੱਲ ਤੇ ਪਰਮੇਸ਼ਵਰ ਦੇ ਚਰਨਾਂ ਵਿੱਚ ਕਬੂਲ ਪੈਣ ਦੀ ਹੈ ਨਾ, ਗੱਲ ਤੇ ਅਕਾਲ ਪੁਰਖ ਨੂੰ ਮਿਲਣ ਦੀ ਹੈ। ਜਿਹੜਾ ਮਿਲਿਆ ਹੋਏਗਾ ਕਬੂਲ ਵੀ ਉਹੀ ਪਏਗਾ, ਜਿਹੜਾ ਮਿਲਿਆ ਹੀ ਨਹੀਂ ਉਹਨੇ ਕਬੂਲ ਕੀ ਹੋਣਾ। ਹੁਣ ਮੰਨ ਲਓ ਇੱਕ ਇਨਸਾਨ ਹੈ ਜਿਹੜਾ ਬੜੀ ਵੱਡੀ ਉੱਚੀ ਪੋਸਟ ਤੇ ਹੈ, ਅਸੀਂ ਉਹਦੇ ਘਰ ਦੇ ਵਿੱਚ ਐਂਟਰ ਕਰਨਾ ਚਾਹੁੰਦੇ, ਉਹਨੂੰ ਮਿਲਣਾ ਚਾਹੁੰਦੇ ਹਾਂ। ਹੁਣ ਜੇ ਤੇ ਅਸੀਂ ਉਹਨੂੰ ਪਹਿਲੋਂ ਕਿਤੇ ਮਿਲੇ ਹੋਵਾਂਗੇ ਜਾਂ ਉਹਦੇ ਨਾਲ ਸਾਡੇ ਸੰਬੰਧ ਚੰਗੇ ਹੋਣਗੇ, ਫਿਰ ਤੇ ਉਹਦੇ ਘਰ ਵਿੱਚ ਅਸੀਂ ਆਸਾਨੀ ਨਾਲ ਚਲੇ ਜਾਵਾਂਗੇ ਤੇ ਉਹਨੂੰ ਮਿਲ ਲਾਂਗੇ। ਸੁਭਾਵਿਕ ਜਿਹੀ ਗੱਲ ਹੈ ਵੀ ਇੱਕ ਇਨਸਾਨ ਜਿਹੜਾ ਬੜੀ ਉੱਚੀ ਪੋਸਟ ਦੇ ਉੱਤੇ ਹੈ, ਅਸੀਂ ਉਹਨੂੰ ਮਿਲਣਾ ਚਾਹੁੰਦੇ ਹਾਂ। ਉਹਨੂੰ ਮਿਲਣ ਦੇ ਲਈ ਕੀ ਕਰਨਾ ਪਏਗਾ? ਸਾਨੂੰ ਉਹਦੇ ਘਰੇ ਚੱਲ ਕੇ ਜਾਣਾ ਪਏਗਾ। ਹੁਣ ਉਹਦੇ ਘਰ ਵਿੱਚ ਇਹ ਤੇ ਹੈ ਨਹੀਂ ਵੀ ਜਿਹੜਾ ਮਰਜ਼ੀ ਜਾਵੇ ਤੇ ਦਰਵਾਜ਼ਾ ਖੜਕਾਵੇ, ਗੇਟ ਖੜਕਾਵੇ ਤੇ ਉਹਨੂੰ ਅੰਦਰ ਐਂਟਰ ਕਰ ਲੈਣਗੇ ਵੀ ਆ ਜਾ ਭਾਈ ਤੂੰ ਅੰਦਰ ਲੰਘ ਗਿਆ, ਤੈਨੂੰ ਮਿਲਾ ਦਿੰਨੇ ਆ। ਇਦਾਂ ਤੇ ਹੋਣਾ ਨਹੀਂ। ਹੋ ਸਕਦਾ ਉਹਦੇ ਦਰਵਾਜ਼ੇ ਦੇ ਬਾਹਰ ਕਈ ਸਿਕਿਉਰਿਟੀ ਗਾਰਡ ਵੀ ਖੜੇ ਹੋਣ ਤੇ ਉਹ ਜਿਹੜੇ ਸਿਕਿਉਰਿਟੀ ਗਾਰਡ ਨੇ ਪਹਿਲਾਂ ਪੁੱਛਣਗੇ ਵੀ ਕਰਨ ਕੀ ਆਇਆ, ਤੇ ਜੇ ਸਾਡੇ ਕੋਲ ਕੋਈ ਠੋਸ ਜਵਾਬ ਨਾ ਹੋਇਆ, ਰੀਜ਼ਨ ਨਾ ਹੋਇਆ, ਤੇ ਹੋ ਸਕਦਾ ਉਹ ਅੰਦਰ ਵੜਨ ਵੀ ਨਾ, ਗੇਟ ਵੀ ਨਾ ਅੰਦਰ ਵੜਨ ਦੇਣ ਵੀ ਜਾ ਚਲਾ ਜਾ ਵਾਪਸ, ਤੈਨੂੰ ਨਹੀਂ ਮਿਲਣਾ ਉਹਨਾਂ ਨੇ। ਤੇ ਜੇ ਉਹੀ ਉਹਦੇ ਨਾਲ ਸੰਬੰਧ ਚੰਗੇ ਹੋਣਗੇ, ਮੇਲ ਮਿਲਾਪ ਚੰਗਾ ਹੋਏਗਾ, ਜਾਵਾਂਗੇ, ਉਹਦੇ ਜਿਹੜੇ ਬਾਡੀਗਾਰਡ ਨੇ, ਸਿਕਿਉਰਿਟੀ ਗਾਰਡ ਨੇ ਉੱਥੇ ਖੜੇ ਹੋਣਗੇ ਗੇਟ ਦੇ ਉੱਤੇ ਪਹਿਰੇਦਾਰ, ਉਹਨਾਂ ਨੂੰ ਜਾ ਕੇ ਆਖਾਂਗੇ ਭਾਈ ਅਸੀਂ ਉਹਨਾਂ ਨੂੰ ਮਿਲਣ ਵਾਸਤੇ ਆਏ ਆ, ਤੇ ਉਹ ਕਹਿਣਗੇ ਵੀ ਕੰਮ ਦੱਸੋ। ਉਹ ਫਿਰ ਅਸੀਂ ਇੱਥੋਂ ਤੱਕ ਵੀ ਕਹਿ ਸਕਦੇ ਹਾਂ ਜੀ ਤੁਸੀਂ ਉਹਨਾਂ ਨੂੰ ਹੀ ਜਾ ਕੇ ਪੁੱਛ ਲਓ ਵੀ ਆ ਫਲਾਣਾ ਬੰਦਾ ਤੁਹਾਨੂੰ ਮਿਲਣ ਵਾਸਤੇ ਆਇਆ, ਉਹਨੂੰ ਅੰਦਰ ਭੇਜੀਏ ਕਿ ਨਾ ਭੇਜੀਏ। ਤੇ ਜੇ ਤੇ ਸੰਬੰਧ ਚੰਗੇ ਹੋਏ ਤੇ ਉਹ ਆਪ ਆਵਾਜ਼ ਮਾਰ ਕੇ ਅੰਦਰ ਸੱਦ ਲੇਗਾ, ਤੇ ਜੇ ਸੰਬੰਧ ਚੰਗੇ ਨਾ ਹੋਏ ਉਹਨੇ ਵੀ ਇਨਕਾਰ ਕਰ ਦੇਣਾ ਵੀ ਨਹੀਂ ਮੈਂ ਤੇ ਨਹੀਂ ਜਾਣਦਾ ਇਸ ਇਨਸਾਨ ਨੂੰ। ਇਸੇ ਤਰ੍ਹਾਂ ਜਦੋਂ ਰੱਬ ਦੇ ਦਰ ਉੱਤੇ ਜਾ ਕੇ ਪ੍ਰਵਾਨ ਹੋਣ ਦੀ ਬਾਤ ਆਉਣੀ ਹੈ ਤੇ ਉਦੋਂ ਪਹਿਲਾਂ ਸਾਡੇ ਉਹਦੇ ਨਾਲ ਸੰਬੰਧ ਚੰਗੇ ਹੋਣਗੇ ਤਾਂ ਹੀ ਤੇ ਮਿਲਾਪ ਹੋਏਗਾ ਨਾ। ਹੁਣ ਜੇ ਇਹਨੂੰ ਇਸੇ ਤਰੀਕੇ ਨਾਲ ਸਮਝ ਲਈਏ, ਰੱਬ ਇੱਕ ਬੜੀ ਵੱਡੀ ਤਾਕਤ ਹੈ। ਹੁਣ ਉਹ ਤਾਕਤ ਨੂੰ ਅਸੀਂ ਮਿਲਣਾ ਚਾਹੁੰਦੇ ਹਾਂ, ਉਹਦੇ ਦਰ ਤੇ ਜਾਣਾ ਪਏਗਾ, ਉਹਦੀ ਦਰਗਾਹ 'ਚ ਜਾਣਾ ਪਏਗਾ। ਹੁਣ ਉਹਦੇ ਦਰ ਦੇ ਉੱਤੇ ਐਂਟਰ ਤੇ ਅਸੀਂ ਤਾਂ ਹੀ ਹੋਵਾਂਗੇ ਨਾ ਜੇ ਉਹਦੇ ਨਾਲ ਪਹਿਲਾਂ ਸਾਡੇ ਸੰਬੰਧ ਚੰਗੇ ਹੋਣਗੇ, ਵਾਕਬੀਅਤ ਚੰਗੀ ਹੋਏਗੀ, ਉਹਦੇ ਨਾਲ ਮਿੱਤਰਤਾ ਭਰੇ ਜਿਹੜੇ ਸੰਬੰਧ ਸਾਡੇ ਹੋਣਗੇ ਤਾਂ ਉਹਦੇ ਨਾਲ ਮਿਲਾਪ ਹੋਣਾ। ਜੇ ਸੰਬੰਧ ਹੀ ਚੰਗੇ ਨਾ ਹੋਏ ਤੇ ਫਿਰ ਉਹਦੀ ਦਰਗਾਹ ਵਿੱਚ ਤੇ ਸਾਨੂੰ ਕਿਸੇ ਨੇ ਦਾਖਲ ਵੀ ਨਹੀਂ ਹੋਣ ਦੇਣਾ। ਤੇ ਸਤਿਗੁਰੂ ਕਹਿੰਦੇ ਇਸ ਕਰਕੇ ਤੂੰ ਸਭ ਤੋਂ ਪਹਿਲੋਂ ਨਾ ਆਪਣੇ ਜੀਵਨ ਵਿੱਚ ਇਹ ਕੰਮ ਕਰ, ਤਿਆਗ ਮਾਨ ਝੂਠ ਅਭਿਮਾਨ, ਆ ਦੋਵੇਂ ਚੀਜ਼ਾਂ ਛੱਡ ਤੇ ਜੀਵਤ ਮਰੇ। ਇਹਦੇ ਨਾਲ ਕੀ ਹੋਏਗਾ? ਤੂੰ ਜਿਉਂਦੇ ਜੀ ਮਰ ਜਾਏਗਾ, ਤੇਰਾ ਆਪਣਾ ਆਪਾ ਮੁੱਕ ਜਾਏਗਾ। ਜਦੋਂ ਜੀਵਤ ਮਰੇ, ਜਿਉਂਦੇ ਜੀ ਮਰ ਗਿਆ, ਦਰਗਾਹ ਪ੍ਰਵਾਨ, ਫਿਰ ਰੱਬ ਦੇ ਦਰ ਤੇ ਤੂੰ ਕਬੂਲ ਪੈ ਜਾਏਗਾ। ਇੱਕ ਥਾਂ ਤੇ ਸਤਿਗੁਰੂ ਜੀ ਨੇ ਹੋਰ ਬੜਾ ਪਿਆਰਾ ਜ਼ਿਕਰ ਕੀਤਾ, ਕਹਿੰਦੇ ਸਤਿਗੁਰ ਸੇਵਿਆ ਜਾਏ ਅਭਿਮਾਨ। ਹੁਣ ਅਭਿਮਾਨ ਗਵਾਉਣਾ ਕਿਵੇਂ ਹੈ? ਹੰਕਾਰ ਛੱਡਣਾ ਕਿਵੇਂ ਹੈ? ਸਤਿਗੁਰੂ ਕਹਿੰਦੇ ਤੂੰ ਏਦਾਂ ਕਰਿਆ ਕਰ ਭਾਈ, ਗੁਰੂ ਨੂੰ ਸੇਵਿਆ ਕਰ, ਗੁਰੂ ਨੂੰ ਚੇਤੇ ਕਰਿਆ ਕਰ, ਗੁਰੂ ਦੇ ਦਰ ਤੇ ਆ ਕੇ ਗੁਰੂ ਦੀ ਕਿਉਂਕਿ ਹੁਣ ਸੇਵਿਆ ਦਾ ਅਰਥ ਦੋ ਤਰੀਕਿਆਂ ਨਾਲ ਕੀਤਾ ਜਾਂਦਾ। ਸੇਵਿਆ ਦਾ ਅਰਥ ਇੱਕ ਹੁੰਦਾ ਸੇਵਾ ਕਰਨੀ, ਹਰ ਵਕਤ ਸੇਵਾ ਵਿੱਚ ਤਤਪਰ ਰਹਿਣਾ। ਇੱਕ ਸੇਵਿਆ ਦਾ ਅਰਥ ਹੁੰਦਾ ਚੇਤੇ ਕਰਨਾ, ਸੇਵਣਾ, ਬਾਰ-ਬਾਰ ਉਹਨੂੰ ਸਿਮਰਨਾ। ਸਤਿਗੁਰ ਸੇਵਿਆ, ਦੋਵੇਂ ਪੱਖ ਲਏ ਜਾ ਸਕਦੇ ਨੇ। ਗੁਰੂ ਦੀ ਸੇਵਾ ਕਰਾਂਗੇ, ਸਿਮਰਨ ਕਰਾਂਗੇ, ਜਾਏ ਅਭਿਮਾਨ, ਹੰਕਾਰ ਮੁੱਕ ਜਾਏਗਾ, ਅਭਿਮਾਨ ਖਤਮ ਹੋ ਗਿਆ। ਜਦੋਂ ਸਤਿਗੁਰ ਸੇਵਿਆ ਜਾਏ ਅਭਿਮਾਨ, ਗੋਬਿੰਦ ਪਾਈਐ ਗੁਣੀ ਨਿਧਾਨ, ਫਿਰ ਉਹ ਜਿਹੜਾ ਗੁਣਾਂ ਦਾ ਖਜ਼ਾਨਾ ਹੈ, ਧਰਤੀ ਨੂੰ ਪਾਲਣ ਵਾਲਾ ਹੈ, ਸਤਿਗੁਰੂ ਕਹਿੰਦੇ ਉਹਦਾ ਮਿਲਾਪ ਹੋ ਜਾਂਦਾ। ਗੱਲ ਤੇ ਉਹਦੇ ਮੇਲ ਦੀ ਹੋਈ ਹੈ। ਜੇ ਅੱਜ ਭਗਤ ਕਬੀਰ ਸਾਹਿਬ ਜੀ ਨੇ ਸਾਨੂੰ ਆਖਿਆ ਨਾ, ਕਿਉਂਕਿ ਪੂਰਾ ਸ਼ਲੋਕ ਜਦੋਂ ਪੜ੍ਹਦੇ ਆ ਤੇ ਇਹ ਕਹਿੰਦੇ ਨੇ ਕਬੀਰ ਰੋੜਾ ਹੋਏ ਰਹੋ ਬਾਟਕਾ, ਤਜ ਮਨ ਕਾ ਅਭਿਮਾਨ, ਆਪਣੇ ਮਨ ਦਾ ਅਭਿਮਾਨ ਛੱਡ। ਐਸਾ ਕੋਈ ਦਾਸ ਹੋਏ, ਜੇ ਕੋਈ ਏਦਾਂ ਦਾ ਸੇਵਕ ਬਣ ਜਾਂਦਾ ਹੈ, ਤਾਹੇ ਮਿਲੇ ਭਗਵਾਨ, ਉਹਨੂੰ ਪਰਮੇਸ਼ਵਰ ਮਿਲ ਜਾਂਦਾ, ਉਹਨੂੰ ਭਗਵਾਨ ਮਿਲ ਜਾਂਦਾ। ਜੇ ਕੋਈ ਰੋੜਾ ਬਣ ਜਾਂਦਾ, ਅਭਿਮਾਨ ਛੱਡ ਦਿੰਦਾ, ਕਿਉਂਕਿ ਅਭਿਮਾਨ ਜਿਹੜਾ ਹੈ ਨਾ ਇੱਕ ਬੜੀ ਵੱਡੀ ਰੁਕਾਵਟ ਹੈ ਸਾਡੇ ਔਰ ਅਕਾਲ ਪੁਰਖ ਦੇ ਮਿਲਾਪ ਵਿੱਚ। ਜਦੋਂ ਤੱਕ ਅਸੀਂ ਆਪਣੇ ਮਨ ਦੇ ਅਭਿਮਾਨ ਨੂੰ ਛੱਡ ਨਹੀਂ ਦਿੰਦੇ, ਕਿਉਂਕਿ ਸਤਿਗੁਰੂ ਜੀ ਨੇ ਬਾਣੀ 'ਚ ਇੱਥੋਂ ਤੱਕ ਵੀ ਜ਼ਿਕਰ ਕੀਤਾ, ਜ਼ਰੂਰੀ ਨਹੀਂ ਹੁੰਦਾ ਕਿ ਮੈਂ ਉੱਚਾ ਹਾਂ ਤੇ ਮੈਂ ਚੰਗਾ, ਜ਼ਰੂਰੀ ਨਹੀਂ ਹੈ। ਜੇ ਮੈਂ ਵੱਡਾ ਤੇ ਮੈਂ ਚੰਗਾ, ਜੇ ਮੈਂ ਆਪਣੇ ਆਪ ਨੂੰ ਬੜਾ ਸਿਆਣਾ ਤੇ ਸੂਝਵਾਨ ਕਹਿਣਾ ਤੇ ਮੈਂ ਰੱਬ ਦੇ ਦਰ ਤੇ ਪ੍ਰਵਾਨਿਆ ਜਾਵਾਂਗਾ, ਇਹ ਜ਼ਰੂਰੀ ਨਹੀਂ ਹੈ।
ਸਗੋਂ ਸਤਿਗੁਰੂ ਜੀ ਨੇ ਨਾ, ਆਪਾਂ ਕਈ ਵਾਰ ਇਸ ਬਾਤ ਨੂੰ ਵਿਚਾਰਿਆ ਵੀ ਹੈ, ਜਿਹਨੂੰ ਆਸਾ ਕੀ ਵਾਰ ਵਿੱਚ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਸਿਮਲ ਰੁਖ ਸਰਾਇਰਾ ਅਤ ਦੀਰਘ ਅਤ ਮੁੱਚ। ਵੱਡਾ ਵੀ ਬਹੁਤ ਹੈ ਤੇ ਮੋਟਾ ਵੀ ਬਹੁਤ ਹੈ। ਸਿਮਲ ਰੁਖ ਓਏ ਜੇ ਆਵੇਂ ਆਸ ਕਰ, ਜਾਹੇ ਨਿਰਾਸੇ ਕਿਤ। ਹੁਣ ਉਹਦੇ ਵੱਡਾ ਹੋਣਾ, ਉੱਚਾ ਹੋਣਾ, ਮੋਟਾ ਹੋਣਾ ਕਿਸੇ ਲੇਖੇ ਵਿੱਚ ਨਹੀਂ, ਕਿਉਂਕਿ ਜੇ ਕੋਈ ਆਸ ਲੈ ਕੇ ਆਉਂਦਾ ਹੈ ਨਾ ਉਹਦੇ ਕੋਲ, ਜਾਹੇ ਨਿਰਾਸੇ ਕਿਤ, ਉਹਨਾਂ ਨੂੰ ਨਾ ਨਿਰਾਸ਼ ਹੋ ਕੇ ਜਾਣਾ ਪੈਂਦਾ। ਪਸ਼ੂ ਆਏ, ਉਹਨਾਂ ਨੂੰ ਨਿਰਾਸ਼ ਹੋ ਕੇ ਜਾਣਾ ਪਿਆ, ਉੱਥੋਂ ਮਿਲਿਆ ਨਹੀਂ ਕੁਛ। ਪੰਛੀ ਆਏ, ਪੰਛੀਆਂ ਨੂੰ ਵੀ ਨਿਰਾਸ਼ਤਾ ਹੀ ਮਿਲਿਆ ਉਹਨਾਂ ਨੂੰ ਵੀ ਕੁਛ ਨਹੀਂ। ਇਨਸਾਨ ਵੀ ਆ ਕੇ ਜੇ ਕਿਤੇ ਉਸ ਰੁੱਖ ਦੇ ਹੇਠਾਂ ਬੈਠਾ ਨਾ ਤੇ ਮਿਲੀ, ਇਨਸਾਨ ਨੂੰ ਵੀ ਨਿਰਾਸ਼ਤਾ ਹੀ ਹੈ, ਕਿਉਂਕਿ ਉੱਚਾ ਬਹੁਤ ਹੈ, ਉਹਦੀ ਛਾਂ ਥੱਲੇ ਪੈਂਦੀ ਨਹੀਂ, ਜ਼ਮੀਨ ਤੇ ਆਉਂਦੀ ਨਹੀਂ ਹੈ ਛਾਂ ਉਹਦੀ। ਹੁਣ ਸਤਿਗੁਰੂ ਜੀ ਨੇ ਆਖਿਆ, ਕਹਿੰਦੇ ਅਤ ਦੀਰਘ ਅਤ ਮੁੱਚ, ਓਏ ਜੇ ਆਵੇਂ ਆਸ ਕਰ। ਕੋਈ ਆਸ ਲੈ ਕੇ ਜੇ ਆਉਂਦਾ ਵੀ ਹੈ ਨਾ, ਜਾਹੇ ਨਿਰਾਸ਼ੇ ਕਿਤ, ਕਾਰਨ ਫਲ ਫਿੱਕੇ। ਪੰਛੀਆਂ ਨੇ ਤੇ ਫਲ ਹੀ ਖਾਣੇ ਸੀ ਨਾ, ਆ ਕੇ ਰੁੱਖ ਤੇ ਬੈਠੇ, ਉਹਨਾਂ ਫਲ ਖਾਣ ਦੀ ਕੋਸ਼ਿਸ਼ ਕੀਤੀ, ਫਿੱਕੇ ਫੁੱਲ ਬਕ-ਬਕੇ, ਟੇਸਟ ਫੁੱਲਾਂ ਦਾ ਵੀ ਕੋਈ ਨਹੀਂ, ਬੇਸਵਾਦੇ ਜੇ ਫੁੱਲ ਵੀ। ਪੰਛੀਆਂ ਨੇ ਜਾਂ ਪੱਤਿਆਂ ਨੂੰ ਚੁੰਝਾਂ ਮਾਰਨੀਆਂ, ਜਾਂ ਫੁੱਲ ਖਾਣੇ ਤੇ ਜਾਂ ਨਾ ਫਲ ਖਾਣੇ। ਨਾ ਪੱਤਿਆਂ ਵਿੱਚੋਂ ਕੋਈ ਰਸ ਆਇਆ, ਨਾ ਫੁੱਲਾਂ ਵਿੱਚੋਂ ਕੋਈ ਰਸ ਆਇਆ, ਤੇ ਨਾ ਹੀ ਫਲਾਂ ਵਿੱਚੋਂ ਕੋਈ ਰਸ ਆਇਆ। ਫਲ ਫਿੱਕੇ, ਫੁੱਲ ਬਕ-ਬਕੇ, ਕੰਮ ਨਾ ਆਵੇ ਪੱਤ ਮਤਲਬ ਪੱਤੇ, ਉਹਦੇ ਪੱਤੇ ਵੀ ਕੰਮ ਨਹੀਂ ਆਏ। ਤੇ ਸਤਿਗੁਰੂ ਕਹਿੰਦੇ ਇਦੋਂ ਚੰਗਾ ਇਹ ਨਹੀਂ ਸੀ। ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ, ਵੀ ਸਜਣਾ ਏਡਾ ਉੱਚਾ ਲੰਮਾ ਹੋਣ ਦੀ ਬਜਾਏ ਤੂੰ ਨੀਵਾਂ ਜਿਹਾ ਹੁੰਦਾ, ਤੈਨੂੰ ਫਲ ਲੱਗਦੇ ਬੜੇ ਮਿਠਾਸ ਨਾਲ ਭਰੇ ਹੋਏ, ਤੈਨੂੰ ਫੁੱਲ ਵੀ ਲੱਗਦੇ, ਤੇਰੇ ਫੁੱਲਾਂ ਦਾ ਵੀ ਕੋਈ ਸਵਾਦ ਹੁੰਦਾ, ਕੋਈ ਟੇਸਟ ਹੁੰਦਾ, ਤੇਰੇ ਪੱਤੇ ਕਿਸੇ ਕੰਮ ਆ ਜਾਂਦੇ। ਸੱਜਣਾ ਤੂੰ ਨੀਵਾਂ ਹੀ ਹੁੰਦਾ, ਇੰਨਾ ਉੱਚਾ ਹੋ ਕੇ ਤੂੰ ਕੀ ਕਰਨਾ ਹੈ? ਜੇ ਤੂੰ ਉੱਚਾ ਹੋ ਕੇ ਕਿਸੇ ਦੇ ਕੰਮ ਹੀ ਨਾ ਆਇਆ, ਕਿਸੇ ਦੇ ਤੂੰ ਫਾਇਦੇ ਵਾਸਤੇ ਤੇਰੀ ਵਰਤੋਂ ਹੀ ਨਾ ਹੋਈ, ਤੇ ਸੱਜਣਾ ਤੇਰਾ ਉੱਚਾਪਨ ਉਥੇ ਕੀ ਕਰੇਗਾ? ਤੂੰ ਤੇ ਹੰਕਾਰ ਨਾਲ ਭਰਿਆ ਪਿਆ, ਤੇ ਤੂੰ ਆਪਣੇ ਆਪ ਨੂੰ ਸਗੋਂ ਨੀਵਾਂ ਰੱਖ ਕੇ ਫਲ ਲੱਗਣ ਭਾਵੇਂ ਘੱਟ ਲੱਗ ਜਾਣ, ਪਰ ਲੱਗਣ ਤੇ ਮਿਠਾਸ ਨਾਲ ਭਰੇ ਹੋਏ ਨਾ, ਫੁੱਲ ਲੱਗ ਜਾਣ ਭਾਵੇਂ ਘੱਟ ਖਿੜਨ, ਆਕਾਰ ਛੋਟਾ ਹੋਵੇ, ਪਰ ਖਿੜਿਆ ਹੋਇਆ ਫੁੱਲ ਕਿਸੇ ਨੂੰ ਸੁਗੰਧੀ ਤੇ ਦੇਵੇ, ਕਿਸੇ ਨੂੰ ਖੁਸ਼ਬੂ ਤੇ ਦੇਵੇ, ਕਿਸੇ ਨੂੰ ਸਵਾਦ ਤੇ ਦੇਵੇ। ਪੱਤੇ ਤੇਰੇ ਆਕਾਰ ਵਿੱਚ ਬਹੁਤੇ ਵੱਡੇ ਨਾ ਹੋਣ, ਭਾਵੇਂ ਛੋਟੇ ਹੀ ਹੋਣ, ਪਰ ਸੱਜਣਾ ਤੇਰਾ ਇੱਕ ਇੱਕ ਪੱਤਾ ਬੇਸ਼ੁਮਾਰ ਕੀਮਤੀ ਹੋਵੇ, ਲੇਖੇ ਵਿੱਚ ਪਵੇ, ਤੇ ਤੇਰਾ ਆਕਾਰ ਵੀ ਬਹੁਤਾ ਵੱਡਾ ਨਾ ਹੋਵੇ, ਬਹੁਤਾ ਚੌੜਾ ਨਾ ਹੋਵੇ, ਪਰ ਨੀਵਾਂ ਹੋਣ ਕਰਕੇ ਜੇ ਕੋਈ ਮੁਸਾਫਰ ਰਾਹਗੀਰ ਆ ਕੇ ਤੇਰੇ ਹੇਠਾਂ ਬੈਠੇ ਤੇ ਉਹ ਤੇਰੀ ਛਾਂ ਦਾ ਆਨੰਦ ਮਾਣ ਸਕੇ। ਆ ਲਾਹੇ ਦੇ ਕਿ ਉੱਚਾ ਖੜੋ ਕੇ ਕੱਲਾ ਹੀ ਉੱਥੇ ਬੁੱਤ ਵਾਂਗੂ ਖੜਾ ਰਹੇ ਤੇ ਕਿਸੇ ਦੇ ਲੇਖੇ ਵੀ ਨਾ ਪਵੇ, ਕਿਸੇ ਦੇ ਕੰਮ ਵੀ ਨਾ ਆਵੇ, ਉਹ ਚੰਗਾ ਹੈ। ਸਤਿਗੁਰੂ ਕਹਿੰਦੇ ਭਲਾ ਤੇ ਇਸੇ ਚ ਹੀ ਹੈ, ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ, ਭਲਾ ਤੇ ਇਸੇ ਚ ਹੀ ਹੈ। ਅਭਿਮਾਨ ਛੱਡ, ਕਿਉਂਕਿ ਜਿੰਨਾ ਚਿਰ ਸਾਡੇ ਕੋਲ ਅਭਿਮਾਨ ਹੈ ਉਹਨਾਂ ਚਿਰ ਅਕਾਲ ਪੁਰਖ ਦਾ ਮਿਲਾਪ ਨਹੀਂ, ਉਹਨਾਂ ਚਿਰ ਅਕਾਲ ਪੁਰਖ ਦਾ ਮੇਲ ਨਹੀਂ, ਨਾ ਹੀ ਅਸੀਂ ਕਦੇ ਅਕਾਲ ਪੁਰਖ ਨਾਲ ਉਹਨਾਂ ਚਿਰ ਮਿਲ ਸਕਦੇ ਹਾਂ। ਫਿਰ ਨਾ ਭਾਈ ਗੁਰਦਾਸ ਜੀ ਨੇ ਬੜਾ ਸੋਹਣਾ ਜ਼ਿਕਰ ਕੀਤਾ ਇੱਕ, ਉਹਨਾਂ ਨੇ ਨਾ ਮਨੁੱਖ ਦੇ ਸਰੀਰ ਦੀ ਗੱਲ ਕੀਤੀ। ਹੁਣ ਇਹਨੂੰ ਨਾ ਥੋੜਾ ਜਿਹਾ ਤਵੱਜੋ ਦੇ ਕੇ ਸਮਝਿਓ, ਕਿਉਂਕਿ ਭਾਈ ਜਦੋਂ ਵੀ ਆਪਾਂ ਕਿਸੇ ਐਗਜ਼ਾਮਪਲ ਦੀ ਗੱਲ ਕਰਦੇ ਹਾਂ ਨਾ, ਉਦਾਹਰਣ ਦੀ ਗੱਲ ਕਰਦੇ ਹਾਂ, ਤੇ ਉਹਦਾ ਇੱਕ ਪੱਖ ਵੇਖਿਆ ਜਾਂਦਾ, ਦੋਵੇਂ ਪੱਖ ਨਹੀਂ। ਕਿਉਂਕਿ ਜਦੋਂ ਅਸੀਂ ਉਦਾਹਰਣ ਦੇ ਦੋਵੇਂ ਪੱਖ ਵੇਖਦੇ ਹਾਂ ਤੇ ਤਰਕ ਕਿਸੇ ਵੀ ਉਦਾਹਰਣ ਤੇ ਕੀਤਾ ਜਾ ਸਕਦਾ, ਇਹਦੇ 'ਚ ਕੋਈ ਅਤਕਥਨੀ ਨਹੀਂ ਹੈ। ਹੁਣ ਜਿਵੇਂ ਕਹਿਣ ਨੂੰ ਕਿਸੇ ਪ੍ਰਕਾਰ ਦੀ ਵੀ ਉਦਾਹਰਣ ਦੇ ਦਈਏ, ਜੇ ਸੌਖੇ ਜਿਹੇ ਲਫ਼ਜ਼ਾਂ 'ਚ ਹੁਣ ਕਹਿ ਲਈਏ ਵੀ ਇੱਕ ਲਾਈਟ ਹੈ, ਬਿਜਲੀ ਹੈ, ਹੁਣ ਇਹਦੀ ਉਦਾਹਰਣ ਦੇਣ ਨੂੰ ਕਹਿ ਦਈਏ ਜੀ ਇਹ ਸਾਡੇ ਘਰ ਨੂੰ ਰੌਸ਼ਨ ਕਰਦੀ ਹੈ, ਸਾਡੇ ਘਰ ਦੇ ਵਿੱਚ ਚਾਨਣ ਹੀ ਚਾਨਣ ਕਰ ਦਿੰਦੀ, ਪਰ ਜੇ ਸ਼ਾਰਟ ਸਰਕਟ ਹੋ ਜਾਏ ਤੇ ਫੇਰ ਘਰ ਨੂੰ ਸਵਾਹ ਵੀ ਤੇ ਇਹੀ ਕਰਦੀ ਨਾ।
ਅੱਗ ਲੱਗ ਜਾਏ ਤੇ ਫਿਰ ਘਰ ਦਾ ਸਾਰਾ ਕੁਝ ਹੀ ਸਾੜ ਕੇ ਸਵਾਹ ਕਰ ਦੇਣਾ। ਹੁਣ ਲਾਈਟ ਹੈ, ਉਦਾਹਰਨ ਇੱਕ ਹੀ ਲਈ ਜਾਂਦੀ ਹੈ, ਇੱਕ ਪੱਖ ਵੇਖਿਆ ਜਾਂਦਾ, ਦੋਵੇਂ ਨਹੀਂ। ਤੇ ਭਾਈ ਗੁਰਦਾਸ ਜੀ ਨਾ ਇਨਸਾਨ ਦੇ ਸਰੀਰ ਦੀ ਗੱਲ ਕਰਦੇ ਆ, ਬਾਡੀ ਦੀ ਗੱਲ ਕਰਦੇ ਆ, ਉਹਨਾਂ ਨੇ ਸਿਰ ਤੋਂ ਲੈ ਕੇ ਤੇ ਪੈਰਾਂ ਤੱਕ ਦੀ ਗੱਲ ਕੀਤੀ। ਬਹੁਤੀ ਗੱਲ ਉਹ ਚਿਹਰੇ ਦੀ ਕਰਦੇ, ਕਿਉਂਕਿ ਇਹ ਸਾਰੇ ਸਰੀਰਕ ਅੰਗਾਂ ਤੋਂ ਉੱਚਾ ਹੈ। ਸਾਰੇ ਸਰੀਰਕ ਅੰਗਾਂ ਤੋਂ ਉੱਚਾ ਹੈ ਸਾਡਾ ਚਿਹਰਾ ਜਿਹੜਾ, ਸਾਡਾ ਮੂੰਹ ਜਿਹੜਾ, ਸਾਡਾ ਸਿਰ ਜਿਹੜਾ। ਤੇ ਉਹਨਾਂ ਨੇ ਸਭ ਤੋਂ ਪਹਿਲਾਂ ਆਖਿਆ, ਕਹਿੰਦੇ ਜਿਹੜਾ ਸਿਰ ਹੈ ਨਾ, ਸਿਰ ਉੱਚਾ ਅਭਿਮਾਨ ਵਿੱਚ, ਸਿਰ ਉੱਚਾ ਅਭਿਮਾਨ ਵਿੱਚ ਕਾਲਖ ਭਰਿਆ ਕਾਲੇ ਵਾਲਾ। ਹੁਣ ਕਾਲਖ ਜਿਹੜੀ ਪ੍ਰਤੀਕ ਹੈ, ਗੰਦਗੀ ਦੀ ਪ੍ਰਤੀਕ ਹੈ। ਕਾਲਖ ਨੂੰ ਕਦੇ ਚੰਗੇ ਕੰਮ ਲਈ ਨਹੀਂ ਵਰਤਿਆ ਜਾਂਦਾ। ਕਾਲਖ ਨੂੰ ਜਿਹੜਾ ਉਹ ਭੱਦੀ ਨਜ਼ਰ ਨਾਲ ਹੀ ਵੇਖਿਆ ਜਾਂਦਾ ਵੀ ਕਾਲਖ ਲੱਗੀ ਹੋਈ ਬੰਦੇ ਦੇ, ਚਾਹੇ ਅੰਗ ਤੇ ਲੱਗੀ ਹੋਵੇ, ਚਾਹੇ ਮੂੰਹ ਤੇ ਲੱਗੀ ਹੋਵੇ, ਚਾਹੇ ਹੱਥਾਂ ਤੇ ਲੱਗੀ ਹੋਵੇ, ਤੇ ਬੰਦਾ ਧੋਂਦਾ ਹੈ। ਭਾਈ ਗੁਰਦਾਸ ਜੀ ਕਹਿੰਦੇ ਸਿਰ ਹੈ ਤੇ ਬਹੁਤ ਉੱਚਾ, ਅਭਿਮਾਨ ਬਹੁਤ ਹੈ ਵੀ ਮੈਂ ਉੱਚਾ ਬਹੁਤ ਹਾਂ। ਕਹਿੰਦੇ ਪਰ ਇਹਨੇ ਕਦੇ ਇਹ ਨਹੀਂ ਵੇਖਿਆ ਵੀ ਹੈ ਤੇ ਮੈਂ ਕਾਲਾ ਹੀ ਨਾ, ਚਾਹੇ ਜਿੰਨਾ ਮਰਜ਼ੀ ਯਤਨ ਕਰ ਲਾਂ, ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਾਂ, ਮੈਂ ਚਿੱਟਾ ਨਹੀਂ ਹੋ ਸਕਦਾ। ਸਿਰ ਉੱਚਾ ਅਭਿਮਾਨ ਵਿੱਚ ਕਾਲਖ ਭਰਿਆ ਕਾਲੇ ਵਾਲਾ। ਦੂਜੀ ਉਦਾਹਰਣ ਦਿੱਤੀ, ਸਿਰ ਤੋਂ ਹੇਠਾਂ ਆਏ ਸਾਡੇ ਮੱਥੇ ਦੇ ਉੱਤੇ, ਤੇ ਮੱਥੇ ਤੇ ਆ ਕੇ ਫਿਰ ਉਹਨਾਂ ਝਾਤ ਮਾਰੀ, ਕਹਿੰਦੇ ਭਰਵੱਟੇ ਕਾਲਖ ਭਰੇ। ਹੁਣ ਅੱਖਾਂ ਦੀਆਂ ਉੱਪਰਲੀਆਂ ਜਿਹੜੀਆਂ ਭਰਵੱਟੇ ਨੇ, ਜਿਨ੍ਹਾਂ ਨੂੰ ਆਈਬ੍ਰੋਜ਼ ਆਪਾਂ ਕਹਿੰਦੇ, ਇਹ ਵੀ ਕਾਲਖ ਭਰੇ ਹੋਏ। ਪਿੱਪਣੀਆਂ ਕਾਲਖ ਸੂਰਾਲਾ, ਪਿੱਪਣੀਆਂ ਕਿਹਾ ਜਾਂਦਾ ਅੱਖਾਂ ਦੀਆਂ ਪਲਕਾਂ ਨੂੰ। ਹੁਣ ਇਹਨਾਂ ਪਲਕਾਂ ਦੇ ਉੱਤੇ ਜਿਹੜੇ ਵਾਲ ਲੱਗੇ ਇਹ ਵੀ ਕਾਲੇ। ਤੇ ਭਾਈ ਗੁਰਦਾਸ ਜੀ ਕਹਿੰਦੇ ਹੈ ਵੀ ਸੂਲਾਂ ਵਰਗੇ ਨੇ, ਤਿੱਖੇ ਤਿੱਖੇ ਕੰਡਿਆਂ ਵਰਗੇ ਨੇ। ਇਹ ਭਲਾ ਨਹੀਂ ਇਹਨਾਂ ਨੇ ਕਿਸੇ ਦਾ ਕਰਨਾ, ਭਰੇ ਕਾਲਖ ਨਾਲ ਹੀ ਹੋਏ ਨੇ। ਸਿਰ ਉੱਚਾ ਅਭਿਮਾਨ ਵਿੱਚ ਕਾਲਖ ਭਰਿਆ ਕਾਲੇ ਵਾਲਾ, ਭਰਵੱਟੇ ਕਾਲਖ ਭਰੇ, ਪਿੱਪਣੀਆਂ ਕਾਲਖ ਸੂਰਾਲਾ, ਲੋਇਣ ਕਾਲੇ ਜਾਣੀਆਂ। ਅੱਖਾਂ ਕੀ ਨੇ? ਇਹ ਵੀ ਕਾਲੀਆਂ। ਇਹ ਸਾਰੀਆਂ ਹੁਣ ਚੀਜ਼ਾਂ ਉੱਚੀਆਂ ਨੇ। ਲੋਇਣ ਕਾਲੇ ਜਾਣੀਆਂ, ਅੱਖਾਂ ਵੀ ਕਾਲੀਆਂ ਹੀ ਜਾਣੀਆਂ ਜਾਂਦੀਆਂ ਨੇ। ਅੱਖਾਂ ਨੂੰ ਅਸੀਂ ਸਫੇਦ ਨਹੀਂ ਕਹਿ ਸਕਦੇ, ਅੱਖਾਂ ਨੂੰ ਚਿੱਟੀਆਂ ਨਹੀਂ ਕਹਿ ਸਕਦੇ, ਕਿਉਂਕਿ ਜਿਹੜਾ ਅੱਖਾਂ ਦੇ ਵਿਚਲਾ ਡੇਲਾ ਹੈ ਨਾ, ਉਹ ਹੈ ਕਾਲੇ ਰੰਗ ਦਾ ਹੀ ਹੈ। ਤੇ ਨਜ਼ਰ ਵੀ ਉਸੇ ਨਾਲ ਹੀ ਆਉਂਦਾ। ਉਹ ਸਾਈਡ ਵਾਲੀ ਤੇ ਚਿੱਟੇ ਰੰਗ ਦੀ ਇੱਕ ਪੁਤਲੀ ਹੈ, ਉਹਦੇ ਨਾਲ ਕੋਈ ਖੰਮ ਨਹੀਂ ਹੈ, ਗੱਲ ਤੇ ਡੇਲੇ ਦੀ ਹੈ। ਤੇ ਉਹ ਵੀ ਕਾਲਖ ਨਾਲ ਭਰਿਆ ਹੋਇਆ। ਭਾਈ ਗੁਰਦਾਸ ਜੀ ਕਹਿੰਦੇ ਕਾਲਾ ਤੇ ਉਹ ਵੀ ਬਹੁਤ ਹੈ। ਜਿੱਥੇ ਅੱਖਾਂ ਕਾਲਖ ਨਾਲ ਭਰੀਆਂ ਹੋਈਆਂ ਨੇ, ਉੱਥੇ ਫਿਰ ਨਾਲ ਉਹਨਾਂ ਕਿਹਾ, ਕਹਿੰਦੇ ਦਾੜੀ ਮੁੱਛਾਂ ਕਰ ਮੂੰਹ ਕਾਲਾ। ਸੱਜਣਾ ਤੇਰੇ ਦਾੜੇ ਨੇ, ਤੇਰੀਆਂ ਮੁੱਛਾਂ ਨੇ ਵੀ ਤੇਰਾ ਮੂੰਹ ਕਾਲਾ ਕੀਤਾ ਹੋਇਆ ਹੈ। ਕਾਲਖ ਨਾਲ ਭਰਿਆ ਹੋਇਆ ਤੂੰ। ਉਹ ਤੋਂ ਬਾਅਦ ਇੱਕ ਫਿਰ ਚੌਥੀ ਗੱਲ ਕੀਤੀ, ਨੱਕ ਅੰਦਰ ਨੱਕ ਵਾਲ ਬਹੁ। ਹੁਣ ਨਾਸਕਾ ਦੇ ਅੰਦਰ ਗੱਲ ਕੀਤੀ, ਕਹਿੰਦੇ ਇਹਦੇ ਵਿੱਚ ਵੀ ਤੇਰੇ ਨੱਕ ਦੇ ਅੰਦਰ ਵੀ ਵਾਲ ਨੇ, ਹੈ ਉਹ ਵੀ ਕਾਲੇ ਰੰਗ ਦੇ। ਤੇ ਇਹ ਕੀ ਨੇ? ਇਹ ਵੀ ਬੇਤਾਲੇ ਜਿਹੇ ਨੇ, ਬੇਢੰਗੇ ਜਿਹੇ ਨੇ। ਇਹਨਾਂ ਨੇ ਵੀ ਕਾਲਖ ਹੀ ਭਰੀ ਹੋਈ ਹੈ, ਗੰਦਗੀ ਹੈ ਇਹ ਵੀ। ਫਿਰ ਇਹ ਸਾਰੀਆਂ ਉਦਾਹਰਨਾਂ ਦੇਣ ਤੋਂ ਬਾਅਦ ਚ ਨਾ ਆ ਕੇ ਕਹਿੰਦੇ ਉੱਚੇ ਅੰਗ ਨਾ ਪੂਜੀਆਂ। ਉੱਚੇ ਅੰਗ ਨਾ ਪੂਜੀਆਂ, ਉੱਚੇ ਅੰਗਾਂ ਨੂੰ ਨਹੀਂ ਪੂਜਿਆ ਜਾਂਦਾ। ਗੁਰਮੁਖ ਚਰਨ ਧੂੜ ਧਰਮਸ਼ਾਲਾ, ਪੂਜਿਆ ਪੈਰਾਂ ਦੀ ਧੂੜ ਨੂੰ ਜਾਂਦਾ ਹੈ, ਕਦੇ ਸਿਰ ਨੂੰ ਨਹੀਂ ਪੂਜਿਆ ਗਿਆ। ਹਾਲਾਂਕਿ ਪੈਰ ਜਿਹੜੇ ਨੇ ਸਾਡੇ ਸਰੀਰ ਦੇ ਵਿੱਚ ਸਭ ਤੋਂ ਹੇਠਲਾ ਅੰਗ ਨੇ। ਸਾਡੀ ਬਾਡੀ ਦੀ ਸ਼ੁਰੂਆਤ ਹੀ ਪੈਰਾਂ ਤੋਂ ਹੋਈ, ਉੱਪਰ ਆਉਂਦੇ ਗਏ ਸਿਰ ਤੱਕ ਪਹੁੰਚੇ। ਸਿਰ ਦੀ ਕਹਿੰਦੇ ਕੋਈ ਮਹਾਨਤਾ ਹੀ ਨਹੀਂ। ਪੈਰ ਜਿਹੜੇ ਨੇ ਇਹ ਬੜੇ ਚੰਗੇ ਨੇ, ਤੇ ਜਦੋਂ ਕੋਈ ਲੋਚਦਾ ਤੇ ਚਰਨ ਧੂੜ ਨੂੰ ਹੀ ਲੋਚਦਾ। ਕੋਈ ਇਹ ਨਹੀਂ ਕਹਿੰਦਾ ਮੈਨੂੰ ਤੇਰੇ ਸਿਰ ਦੀ ਧੂੜ ਮਿਲ ਜਾਏ, ਕੋਈ ਇਹ ਨਹੀਂ ਕਹਿੰਦਾ ਤੇਰੇ ਸਿਰ ਦੀ ਜਿਹੜੀ ਮਿੱਟੀ ਆ ਉਹ ਮੇਰੇ ਸਿਰ 'ਚ ਪੈ ਜਾਏ, ਕੋਈ ਨਹੀਂ ਕਹਿੰਦਾ। ਸਗੋਂ ਇਹ ਕਹਿੰਦਾ ਕਿ ਜੇ ਆਪਣੇ ਸਿਰ 'ਚ ਸਵਾਹ ਪਵਾਈ ਬੈਠਾ, ਕਿਤੇ ਮੇਰੇ ਸਿਰ 'ਚ ਨਾ ਪਵਾਰੀ। ਇਹੀ ਆਖਿਆ ਜਾਂਦਾ ਨਾ ਵੀ ਜੇ ਤੂੰ ਆਪਣੇ ਸਿਰ 'ਚ ਮਿੱਟੀ ਪਵਾ ਕੇ ਬੈਠਾ ਤੇ ਮੇਰੇ 'ਚ ਨਾ ਪਵਾ ਦੀ। ਤੇ ਜੇ ਕੋਈ ਭਲਾ ਹੋਵੇ ਤੇ ਉਹਦੇ ਚਰਨਾਂ ਦੀ ਧੂੜ ਅਸੀਂ ਲੋਚਦੇ ਹਾਂ ਵੀ ਸਾਨੂੰ ਤੇਰੇ ਪੈਰਾਂ ਦੀ ਧੂੜ ਮਿਲ ਜਾਏ। ਸੱਜਣਾ ਮੈਂ ਤੇਰੇ ਚਰਨਾਂ ਦੀ ਧੂੜ ਲੋਚਦਾ। ਉੱਚੇ ਅੰਗ ਨਾ ਪੂਜੀਆਂ, ਗੁਰਮੁਖ ਚਰਨ ਧੂੜ ਧਰਮਸ਼ਾਲਾ।
ਫਿਰ ਉਹਨਾਂ ਜ਼ਿਕਰ ਕੀਤਾ, ਹੁਣ ਪੈਰਾਂ ਤੇ ਆ ਗਏ ਨਾ ਜਦੋਂ, ਕਹਿੰਦੇ ਫਿਰ ਪੈਰਾਂ ਵੱਲ ਝਾਤ ਮਾਰੀ, ਪੈਰ ਕਾਲੇ ਨਹੀਂ, ਪੈਰਾਂ ਦੇ ਨਹੁੰ ਚਿੱਟੇ ਰੰਗ ਦੇ ਨੇ, ਸਫੇਦੀ ਨਾਲ ਭਰੇ ਹੋਏ, ਸੁੰਦਰਤਾ ਨਾਲ ਭਰੇ ਹੋਏ। ਤੇ ਇਹ ਤੋਂ ਬਾਅਦ ਚ ਨਾ ਉਹਨਾਂ ਇੱਕ ਗੱਲ ਕਹੀ, ਕਦੇ ਕੋਈ ਵੀ ਬੰਦਾ ਕਿਸੇ ਨੂੰ ਇਹ ਕਹਿੰਦਾ ਆਪਣਾ ਸਿਰ ਧੋ ਤੇ ਧੋ ਕੇ ਮੈਨੂੰ ਪਾਣੀ ਪਿਆ ਦੇ, ਜਿਹੜਾ ਸਿਰ ਧੋਏਗਾ ਉਹ ਸਿਰ ਜਿਹੜਾ ਪਾਣੀ ਤੇਰੇ ਸਿਰ ਚੋਂ ਨਿਕਲੇਗਾ ਤੇ ਉਹ ਮੈਨੂੰ ਪਿਆ ਦੇ, ਕਦੇ ਕਿਹਾ ਕਿਸੇ ਨੇ? ਭਾਈ ਗੁਰਦਾਸ ਜੀ ਕਹਿੰਦੇ ਸਿਰ ਨੂੰ ਧੋਣਾ ਨਾ ਤੇ ਉਹ ਧੋ ਕੇ ਜਿਹੜਾ ਪਾਣੀ ਨਿਕਲਣਾ ਉਹਨੂੰ ਅਪਵਿੱਤਰ ਮੰਨਿਆ ਜਾਂਦਾ, ਗੰਦਲਾ ਮੰਨਿਆ ਜਾਂਦਾ, ਕਿਉਂਕਿ ਸਿਰ ਵਿਚਲੀ ਜਿਹੜੀ ਮੈਲ ਹੈ ਉਹਨੇ ਲੱਥਣਾ, ਤੇ ਉਹਨੂੰ ਕਦੇ ਕੋਈ ਨਹੀਂ ਕਹਿੰਦਾ ਵੀ ਆਹ ਮੈਨੂੰ ਜਲ ਮਿਲ ਜਾਏ ਜਿਹਦੇ ਨਾਲ ਤੂੰ ਸਿਰ ਧੋਤਾ। ਪਰ ਜਿਹੜਾ ਚਰਨਾਮ੍ਰਿਤ ਹੈ ਉਹਦੀ ਖੋਜ ਹੁੰਦੀ, ਚਰਨਾਂ ਦੇ ਜਲ ਦੀ ਖੋਜ ਹੁੰਦੀ ਹੈ। ਹੁਣ ਸਿਰ ਤੇ ਹੈ ਤੇ ਬਹੁਤ ਉੱਚਾ, ਜੇ ਬੰਦੇ ਦਾ ਕੱਦ 6 ਫੁੱਟ ਦਾ ਹੈ ਤੇ 6 ਫੁੱਟ ਉੱਚਾ ਸਿਰ ਹੈ, ਤੇ ਪੈਰ ਜ਼ਮੀਨ ਨਾਲ ਹੀ ਲੱਗੇ ਹੋਏ, ਤੇ ਪੂਜਿਆ ਪੈਰ ਜਾਣਾ, ਸਿਰ ਨੂੰ ਕਿਹਨੇ ਪੂਜਣਾ? ਆਪਾਂ ਜੇ ਕਿਸੇ ਦੇ ਅੱਗੇ ਝੁਕਦੇ ਵੀ ਆ ਤੇ ਉਹਦੇ ਪੈਰਾਂ ਅੱਗੇ ਝੁਕਦੇ ਆ, ਉਹਦੇ ਸਿਰ ਅੱਗੇ ਨਹੀਂ ਝੁਕਦੇ। ਉਹਨੂੰ ਇਹ ਥੋੜੀ ਕਹੀਦਾ ਵੀ ਤੂੰ ਸਿਰ ਅੱਗੇ ਕਰੋ, ਅਸੀਂ ਹੁਣ ਤੈਨੂੰ ਨਮਸਕਾਰ ਕਰਨੀ। ਇਹੀ ਕਹੀਦਾ ਨਾ ਵੀ ਤੁਸੀਂ ਆਪਣੇ ਚਰਨ ਅੱਗੇ ਕਰੋ ਤੇ ਅਸੀਂ ਤੁਹਾਡੇ ਚਰਨਾਂ ਤੇ ਨਮਸਕਾਰ ਕਰਨੀ ਹੈ। ਅਭਿਮਾਨ ਛੱਡਣ 'ਚ ਹੀ ਭਲਾ ਹੈ, ਅਭਿਮਾਨ ਰੱਖਣ 'ਚ ਕੋਈ ਭਲਾਈ ਨਹੀਂ ਹੈ। ਹੰਕਾਰ ਕਰਨ 'ਚ ਕੋਈ ਭਲਾ ਨਹੀਂ, ਹੰਕਾਰ ਛੱਡਣ 'ਚ ਹੀ ਭਲਾ ਹੈ। ਤੇ ਭਗਤ ਕਬੀਰ ਸਾਹਿਬ ਨੇ ਇਸੇ ਕਰਕੇ ਸਭ ਤੋਂ ਪਹਿਲਾਂ ਆਖਿਆ, ਜੇ ਤੂੰ ਭਗਵਾਨ ਨੂੰ ਮਿਲਣਾ ਚਾਹੁੰਦਾ ਸੱਜਣਾ, ਜੇ ਤੂੰ ਰੱਬ ਨੂੰ ਮਿਲਣਾ ਚਾਹੁੰਦਾ ਤੇ ਤੂੰ ਇਹ ਕਰ, ਰੋੜਾ ਹੋਏ ਰਹੋ ਬਾਟਕਾ, ਰਾਹ ਦਾ ਰੋੜਾ ਬਣ ਜਾ। ਤਜ ਮਨ ਕਾ ਅਭਿਮਾਨ, ਆਪਣੇ ਮਨ ਦਾ ਹੰਕਾਰ ਛੱਡ, ਕਿਉਂਕਿ ਐਸਾ ਕੋਈ ਦਾਸ ਹੋਏ, ਜੇ ਕੋਈ ਏਦਾਂ ਦਾ ਸੇਵਕ ਬਣ ਜਾਂਦਾ ਹੈ, ਤਾਹੇ ਮਿਲੇ ਭਗਵਾਨ, ਉਸੇ ਨੂੰ ਭਗਵਾਨ ਮਿਲਦਾ, ਉਸੇ ਨੂੰ ਪਰਮਾਤਮਾ ਮਿਲਦਾ ਹੈ। ਜਿਹੜਾ ਆਪਣੇ ਆਪ ਨੂੰ ਉੱਚਾ ਰੱਖੇ, ਆਪਣੇ ਆਪ ਨੂੰ ਵੱਡਾ ਸਮਝੇ ਜਾਂ ਆਪਣੇ ਆਪ ਨੂੰ ਚੰਗਾ ਸਮਝੇ, ਉਹ ਕਦੇ ਵੀ ਪਰਮੇਸ਼ਵਰ ਦਾ ਮਿਲਾਪ, ਉਹਦਾ ਮੇਲ ਜਿਹੜਾ ਉਹਨੂੰ ਹਾਸਲ ਨਹੀਂ ਕਰ ਸਕਦਾ। ਚਾਹੇ ਉਹ ਜਿੰਨਾ ਮਰਜ਼ੀ ਯਤਨ ਕਰ ਲਏ, ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਏ, ਅਖੀਰ ਉਹਨੂੰ ਆਪਣਾ ਆਪਾ ਗਵਾਉਣਾ ਹੀ ਪਏਗਾ। ਸਗੋਂ ਰੱਬ ਅੱਗੇ ਆ ਕੇ, ਅਕਾਲ ਪੁਰਖ ਅੱਗੇ ਆ ਕੇ, ਗੁਰੂ ਅੱਗੇ ਆ ਕੇ ਤੇ ਇਹ ਕਹਿਣਾ ਪੈਂਦਾ, ਮੈਂ ਚੰਗਾ ਨਹੀਂ, ਮੈਂ ਬੁਰਾ ਹਾਂ, ਮੈਂ ਭਲਾ ਨਹੀਂ, ਮੈਂ ਮਾੜਾ ਹਾਂ, ਮੈਂ ਉੱਚਾ ਨਹੀਂ, ਮੈਂ ਨੀਵਾਂ ਹਾਂ, ਮੈਂ ਵੱਡਾ ਨਹੀਂ, ਮੈਂ ਛੋਟਾ ਹਾਂ। ਗੁਰੂ ਅੱਗੇ ਆ ਕੇ ਆਹ ਕੁਝ ਕਿਹਾ ਹੋਇਆ ਪ੍ਰਵਾਨ ਹੈ, ਨਾ ਕਿ ਗੁਰੂ ਅੱਗੇ ਆ ਕੇ ਅਸੀਂ ਆਖੀਏ ਮੈਂ ਤੇ ਜੀ ਬਹੁਤ ਵੱਡਾ, ਮੇਰੇ ਕੋਲ ਤਾਕਤ ਵੀ ਬਹੁਤ ਹੈ, ਮੇਰੇ ਕੋਲ ਧਨ ਵੀ ਬਹੁਤ ਹੈ, ਮੇਰੇ ਕੋਲ ਤੇ ਗੁਣ ਵੀ ਬਹੁਤ ਨੇ। ਜੇ ਆਹ ਕੁਝ ਲੈ ਕੇ ਆਵਾਂਗੇ ਤੇ ਇੱਥੇ ਕਹਿ ਸਕਦੇ ਆ ਕਿ ਸਾਡੇ ਅੰਦਰ ਅਭਿਮਾਨ ਬੋਲ ਰਿਹਾ ਹੈ, ਅਸੀਂ ਖੁਦ ਨਹੀਂ ਬੋਲ ਰਹੇ। ਤੇ ਪ੍ਰਵਾਨਗੀ ਉਦੋਂ ਹੀ ਮਿਲੇਗੀ ਜਿੱਦਣ ਨਿਮਰਤਾ ਨਾਲ ਭਰੇ ਹੋਏ, ਜਿਹਨੂੰ ਸਤਿਗੁਰੂ ਜੀ ਕਹਿ ਦਿੰਦੇ, ਸੱਜਣਾ ਜੇ ਚਾਹੁੰਦਾ ਕਿ ਦਰ ਤੇ ਪ੍ਰਵਾਨਗੀ ਮਿਲੇ ਤੇ ਫਿਰ ਇਉਂ ਕਰ ਹੋ ਸਬਨ ਕੀ ਰੇਣੁਕਾ, ਤੋ ਆਓ ਹਮਾਰੇ ਪਾਸ। ਸੱਜਣਾ ਨੀਵਾਂ ਜਿਹਾ ਬਣ ਕੇ ਆ ਜਾ, ਜਿੱਦਣ ਨੀਵਾਂ ਹੋ ਕੇ ਆ ਜਾਏਗਾ ਉਦਣ ਪ੍ਰਵਾਨਗੀ ਮਿਲ ਜਾਵੇਗੀ। ਵੀਰ ਅਰੋੜਾ ਹੁਆ ਤਾਂ ਕਿਆ ਭਇਆ, ਪੰਥੀ ਕੋ ਦੁਖ ਦੇ, ਐਸਾ ਤੇਰਾ ਦਾਸ ਹੈ, ਜਿਉ ਧਰਣੀ ਮਹਿ ਖੇ। ਹੁਣ ਰੋੜੇ ਦੀ ਗੱਲ ਕਰਦੇ ਆ ਨਾ, ਫਿਰ ਥੋੜਾ ਜਿਹਾ ਖਿਆਲ ਕਰਿਓ। ਭਗਤ ਕਬੀਰ ਸਾਹਿਬ ਨੇ ਬਾ ਕਮਾਲ ਫਿਰ ਜ਼ਿਕਰ ਕੀਤਾ, ਕਹਿੰਦੇ ਰੋੜਾ ਤੂੰ ਬਣ ਗਿਆ, ਬੜੀ ਚੰਗੀ ਗੱਲ ਹੈ, ਤੂੰ ਆਪਣਾ ਅਭਿਮਾਨ ਛੱਡਤਾ। ਤੇ ਭਗਤ ਜੀ ਕਹਿੰਦੇ ਮੈਂ ਨਾ ਵੇਖਿਆ ਫਿਰ ਇੱਕ ਥੋੜਾ ਜਿਹਾ ਖਿਆਲ ਕਰਕੇ ਵੀ ਰਸਤੇ 'ਚ ਨਾ ਇੱਕ ਰੋੜਾ ਪਿਆ ਸੀ, ਤੇ ਉਹ ਜਿਹੜਾ ਰਾਹ ਵਿੱਚ ਰੋੜਾ ਸੀ ਨਾ, ਉਸ ਰੋੜੇ ਨੂੰ ਬੜੇ ਬੰਦੇ ਆਏ, ਉਹਨਾਂ ਨੇ ਠੁੱਡੇ ਮਾਰੇ,
ਠੋਕਰਾਂ ਮਾਰੀਆਂ। ਕੋਈ ਇੱਕ ਦਿਸ਼ਾ 'ਚ ਤੁਰਿਆ ਜਾਂਦਾ ਸੀ, ਠੁੱਡਾ ਮਾਰਦਾ ਸੀ, ਠੋਕਰ ਮਾਰਦਾ ਸੀ, ਉਧਰ ਨੂੰ ਲੈ ਜਾਂਦਾ ਸੀ। ਫਿਰ ਉਸੇ ਪਾਸਿਓਂ ਪਰਤਿਆ ਆਇਆ ਦੂਜਾ ਇਨਸਾਨ ਉਹਨੂੰ ਠੋਕਰ ਮਾਰਦਾ ਲੈ ਕੇ ਆ ਗਿਆ, ਉਹ ਦੂਜੇ ਪਾਸੇ ਆ ਗਿਆ। ਮਤਲਬ ਇਹ ਵੀ ਉਹਨੇ ਅਭਿਮਾਨ ਤੇ ਰੋੜੇ ਨੇ ਦਿੱਤਾ ਛੱਡ, ਹੰਕਾਰ ਤੇ ਦਿੱਤਾ ਉਹਨੇ ਛੱਡ, ਰੋੜਾ ਬਣ ਗਿਆ। ਹੁਣ ਰੋੜੇ ਦਾ ਜਿਹੜਾ ਛੱਡਿਆ ਹੋਇਆ ਅਭਿਮਾਨ ਹੈ ਨਾ, ਉਹਦੀ ਹੋਂਦ ਅਜੇ ਖਤਮ ਨਹੀਂ ਹੋਈ, ਉਹ ਆਪਣੀ ਹੋਂਦ ਨੂੰ ਅਜੇ ਦਰਸਾ ਰਿਹਾ ਹੈ। ਕਿਉਂਕਿ ਜਿੰਨੇ ਤੇ ਪੈਰਾਂ ਵਿੱਚ ਬੂਟ ਪਾਏ ਸੀ ਉਹਨੇ ਤੇ ਮਾਰੀ ਠੋਕਰ, ਰੋੜਾ ਉਹ ਗਿਆ। ਤੇ ਜੇ ਕੋਈ ਨੰਗੇ ਪੈਰੀ ਆ ਕੇ ਭੁਲੇਖੇ ਨਾਲ ਵੀ ਕਿਸੇ ਦਾ ਠੋਕਰ ਵੱਜ ਜਾਂਦੀ ਸੀ, ਰੋੜੇ ਦਾ ਕੁਝ ਜਾਂਦਾ ਨਹੀਂ ਸੀ, ਠੋਕਰ ਵੱਜਣ ਵਾਲੇ ਦਾ ਜਿਹੜਾ ਪੈਰ ਹੈ ਉਹ ਲਹੂ ਲੁਹਾਨ ਹੋ ਜਾਂਦਾ ਸੀ। ਬੜੀ ਹੈਰਾਨੀਜਨਕ ਅੱਜ ਭਗਤ ਜੀ ਨੇ ਗੱਲ ਕੀਤੀ। ਕਹਿੰਦੇ ਰੋੜਾ ਤੂੰ ਬਣ, ਪਹਿਲੋਂ ਕਹਿੰਦੇ ਰੋੜਾ ਹੋਏ ਰਹੋ ਬਾਟਕਾ, ਤਜ ਅਬ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ। ਉਹਨੂੰ ਭਗਵਾਨ ਮਿਲ ਜਾਂਦਾ ਜੇ ਕੋਈ ਇਦਾਂ ਦਾ ਸੇਵਕ ਬਣ ਜਾਏ। ਫਿਰ ਕਹਿੰਦੇ ਹੁਣ ਭਗਤ ਜੀ ਕੋਲ ਆ ਗਿਆ, ਸਮਝਾ ਰਹੇ ਨਾ ਭਗਤ ਜੀ, ਆ ਕੇ ਜਗਿਆਸੂ ਨੇ ਪੁੱਛ ਲਿਆ, ਕਹਿੰਦੇ ਜੀ ਬਣ ਗਿਆ ਰੋੜਾ। ਉਹਨਾਂ ਫੇਰ ਸਵਾਲ ਕਰ ਲਿਆ, ਕਹਿੰਦੇ ਰੋੜਾ ਹੁਆ ਤਾਂ ਕਿਆ ਪਾਇਆ, ਕੀ ਹੋ ਗਿਆ ਜੇ ਤੂੰ ਰੋੜਾ ਬਣ ਗਿਆ? ਅਜੇ ਤੂੰ ਨਾ ਰਾਹਦਾਰਾਂ ਨੂੰ ਦੁਖੀ ਬਹੁਤ ਕਰਦਾ ਹੈ, ਪੰਥੀ ਕੋ ਦੁੱਖ ਦੇ, ਅਜੇ ਤੂੰ ਦੁੱਖ ਦੇਣਾ। ਕਹਿੰਦਾ ਜੀ ਨਹੀਂ, ਮੈਂ ਤੇ ਕਿਸੇ ਨੂੰ ਦੁੱਖ ਨਹੀਂ ਦਿੱਤਾ। ਭਗਤ ਜੀ ਕਹਿੰਦੇ ਫਿਰ ਉਹੀ ਉਦਾਹਰਨ ਵੀ, ਜੇ ਤੇ ਕੋਈ ਉੱਚਾ ਆ ਜਾਂਦਾ ਹੈ ਉਹਦੇ ਅੱਗੇ ਤੇ ਤੂੰ ਨਿਵੇਂ ਹੈ, ਕੋਈ ਵੱਡਾ ਆ ਗਿਆ ਉਹਦੇ ਅੱਗੇ ਤੇ ਤੂੰ ਨਿਵੇਂ ਹੈ, ਜੇ ਕੋਈ ਛੋਟਾ ਆ ਜਾਂਦਾ ਉਹਦੇ ਅੱਗੇ ਤੂੰ ਆਪ ਔਖਾ ਹੋ ਜਾਂਦਾ। ਜੇ ਤੇ ਕੋਈ ਬਲਵਾਨ ਆ ਗਿਆ ਉਹਦੇ ਅੱਗੇ ਤੂੰ ਝੁਕ ਗਿਆ, ਜੀ ਮੇਰੇ ਕੋਲ ਤਾਕਤ ਨਹੀਂ, ਮੈਂ ਤੁਹਾਡੇ ਨਾਲ ਕੀ ਝਗੜਨਾ ਕੀ ਲੜਨਾ, ਤੁਸੀਂ ਤੇ ਬਹੁਤ ਬਲਵਾਨ ਹੋ, ਮੇਰੇ ਕੋਲ ਤਾਕਤ ਨਹੀਂ। ਤੇ ਜੇ ਕੋਈ ਕਮਜ਼ੋਰ ਆ ਗਿਆ ਉਹਨੂੰ ਤੂੰ ਦਬੋਚਣ ਨੂੰ ਫਿਰਦਾ ਵੀ ਇਹਨੂੰ ਜਾਣ ਨਹੀਂ ਦੇਣਾ, ਹੁਣ ਇਹਨੂੰ ਫੜ ਕੇ ਰੱਖ ਲੈਣਾ, ਇਹਨੂੰ ਬੰਨ ਲੈਣਾ। ਅੱਜ ਇਹਨੂੰ ਦੱਸਣਾ ਵੀ ਦੋ ਹੱਥ ਕਿਵੇਂ ਹੁੰਦੇ ਨੇ, ਜਾਂ ਤਾਕਤ ਕਿਹਨੂੰ ਕਹਿੰਦੇ, ਜਾਂ ਬਲ ਕਿਹਨੂੰ ਕਹਿੰਦੇ, ਅੱਜ ਇਹਨੂੰ ਦੱਸ ਕੇ ਭੇਜਣਾ, ਏਦਾਂ ਨਹੀਂ ਜਾਣ ਦੇਣਾ। ਤੂੰ ਆਪਣੀ ਤਾਕਤ ਫਿਰ ਵਿਖਾਈ ਜਾਂਦਾ। ਕੋਈ ਅਮੀਰ ਆ ਜਾਏ ਤੇ ਤੂੰ ਝੁਕ ਗਿਆ, ਕੋਈ ਗਰੀਬ ਆ ਗਿਆ ਤੂੰ ਉਹਨੂੰ ਝੁਕਾਉਣ ਨੂੰ ਫਿਰਦਾ, ਕੋਈ ਗਿਆਨਵਾਨ ਆ ਗਿਆ ਤੇ ਤੂੰ ਝੁਕ ਗਿਆ, ਕੋਈ ਮੂਰਖ ਆ ਗਿਆ ਤੂੰ ਉਹਨੂੰ ਝੁਕਾਉਣ ਨੂੰ ਫਿਰਦਾ। ਗੱਲ ਤੇ ਉਹੀ ਹੋਈ ਨਾ, ਰੋੜਾ ਹੁਆ ਤਾਂ ਕਿਆ ਭਇਆ, ਪੰਥੀ ਕੋ ਦੁੱਖ ਦੇ। ਸੱਜਣਾ ਰੋੜਾ ਬਣ ਗਿਆ, ਬੜੀ ਚੰਗੀ ਗੱਲ ਹੈ, ਤੂੰ ਇੱਕ ਕਦਮ ਰੱਬ ਵੱਲ ਨੂੰ ਤੁਰਿਆ, ਪਰ ਹੁਣ ਅਗਲਾ ਕਦਮ ਵੀ ਰੱਬ ਵੱਲ ਨੂੰ ਤੁਰ, ਕਿਉਂਕਿ ਰੋੜਾ ਬਣ ਕੇ ਖੇਡ ਨਹੀਂ ਉਹ ਬਣਨੀ। ਜੇ ਤੂੰ ਖੇਡ ਬਣਾਉਣੀ ਚਾਹੁੰਦਾ ਹੈ ਤੇ ਸੱਜਣਾ ਫਿਰ ਰੋੜੇ ਤੋਂ ਵੀ ਆਪਣਾ ਆਪਾ ਖਤਮ ਕਰਨਾ ਪੈਣਾ। ਰਾਹਦਾਰਾਂ ਨੂੰ ਦੁਖੀ ਨਾ ਕਰ, ਰਾਹਦਾਰਾਂ ਨੂੰ ਦੁੱਖ ਨਾ ਦੇ। ਜੇ ਕੋਈ ਰਾਹਗੀਰ ਆਉਂਦਾ ਤੇ ਸੱਜਣਾ ਉਹਨੂੰ ਸੁਖ, ਉਹਨੂੰ ਪ੍ਰਸੰਨਤਾ, ਉਹਨੂੰ ਖੁਸ਼ੀ ਦੇ। ਚਾਹੇ ਕੋਈ ਅਮੀਰ ਆ ਜਾਏ ਉਹਦੇ ਅੱਗੇ ਵੀ ਨਿਵਿਆ ਹੋਵੇ, ਤੇ ਚਾਹੇ ਕੋਈ ਗਰੀਬ ਆ ਜਾਏ ਉਹਦੇ ਅੱਗੇ ਵੀ ਤੂੰ ਨਿਵਿਆ ਹੀ ਹੋਏ, ਉਹਦੇ ਅੱਗੇ ਵੀ ਆਪਣਾ ਆਪਾ ਤੂੰ ਜ਼ਾਹਰ ਨਾ ਕਰੇ ਵੀ ਮੈਂ ਵੀ ਕੋਈ ਚੀਜ਼, ਮੇਰੇ ਕੋਲ ਵੀ ਕੋਈ ਤਾਕਤ ਹੈ, ਮੇਰੇ ਕੋਲ ਵੀ ਕੋਈ ਬਲ ਹੈ। ਭਗਤ ਜੀ ਕਹਿੰਦੇ ਆਪਣਾ ਆਪਾ ਬਿਲਕੁਲ ਖਤਮ ਕਰ ਦੇ, ਆਪਣੀ ਹੋਂਦ ਖਤਮ ਕਰ ਦੇ। ਫਿਰ ਪੁੱਛ ਲਿਆ ਜੀ ਕਰਾਂ ਕੀ? ਤੁਸੀਂ ਦੱਸ ਦਿਓ ਹੁਣ ਮੈਂ ਪੰਥੀ ਨੂੰ ਦੁੱਖ ਕਿਵੇਂ ਨਾ ਦੇਵਾਂ, ਕਿਉਂਕਿ ਮੈਂ ਕਿਸੇ ਦੇ ਪੈਰ ਵਿੱਚ ਜਾ ਕੇ ਆਪ ਨਹੀਂ ਵੱਜਿਆ, ਸਗੋਂ ਲੋਕਾਂ ਨੇ ਆ ਕੇ ਮੈਨੂੰ ਠੁੱਡੇ ਮਾਰੇ, ਠੋਕਰਾਂ ਮਾਰੀਆਂ ਤੇ ਮੈਂ ਸਹਿ ਲੀਆਂ। ਪਰ ਜੇ ਕੋਈ ਭੁਲੇਖੇ ਨਾਲ ਆ ਕੇ ਮੇਰੇ ਵਿੱਚ ਵੱਜ ਜਾਏ ਤੇ ਹੁਣ ਉਹ ਖੁਦ ਨੰਗੇ ਪੈਰੀ ਸੀ, ਮੈਨੂੰ ਨਹੀਂ ਸੀ ਪਤਾ, ਪਰ ਉਹਦਾ ਪੈਰ ਲਹੂ ਲੁਹਾਨ ਹੋ ਗਿਆ। ਮੈਂ ਆਪਣੀ ਗਲਤੀ, ਆਪਣਾ ਜਿਹੜਾ ਔਗਣ ਹੈ ਉਹਨੂੰ ਮਹਿਸੂਸ ਕਰਦਾ। ਤੇ ਭਗਤ ਜੀ ਕਹਿੰਦੇ ਫਿਰ ਏਦਾਂ ਕਰ, ਤੂੰ ਹੁਣ ਨਾ ਰੋੜੇ ਨੂੰ ਵੀ ਪੀਸ ਦੇ, ਖਤਮ ਕਰ ਦੇ, ਆਪਣੀ ਹੋਂਦ ਮੁਕਾ ਦੇ, ਖੇ ਬਣ ਜਾ। ਖੇ ਮਤਲਬ ਮਿੱਟੀ। ਰੋੜਾ ਹੁਆ ਤਾਂ ਕਿਆ ਭਇਆ, ਪੰਥੀ ਕੋ ਦੁੱਖ ਦੇ, ਹਰ ਜਨ ਐਸਾ। ਉਹ ਪਰਮੇਸ਼ਵਰ ਨੂੰ ਮਿਲਣ ਵਾਲਾ, ਅਕਾਲ ਪੁਰਖ ਨੂੰ ਮਿਲਣ ਵਾਲਾ ਕਿਦਾਂ ਦਾ ਚਾਹੀਦਾ? ਐਸਾ ਤੇਰਾ ਦਾਸ ਹੈ ਜਿਉਂ ਧਰਨੀ ਮੈਂ ਖੇ। ਰੱਬ ਜੀ ਤੁਹਾਡਾ ਸੇਵਕ ਤੁਹਾਨੂੰ ਇਦਾਂ ਦਾ ਚਾਹੀਦਾ ਜਿਵੇਂ ਧਰਤੀ ਦੇ ਉੱਤੇ ਮਿੱਟੀ ਪਈ। ਹੁਣ ਮਿੱਟੀ ਉੱਤੇ ਕੋਈ ਅਮੀਰ ਆਵੇ, ਚਾਹੇ ਉਹਨੇ ਬੂਟ ਪਾਏ ਤੇ ਭਾਵੇਂ ਚੱਪਲਾਂ ਪਾਈਆਂ, ਲੰਘ ਜਾਏ ਉਹਨੇ ਚੁੱਭਣਾ ਥੋੜੀ ਹੈ ਪੈਰਾਂ 'ਚ। ਕੋਈ ਨੰਗੇ ਪੈਰੀਂ ਵੀ ਆ ਜਾਏ, ਨੰਗੇ ਪੈਰੀਂ ਚੱਲ ਕੇ ਆਉਣ ਵਾਲੇ ਦੇ ਵੀ ਮਿੱਟੀ ਪੈਰਾਂ 'ਚ ਨਹੀਂ ਚੁੱਭਦੀ।
ਉਹ ਉਸੇ ਤਰ੍ਹਾਂ ਹੀ ਰਹਿੰਦੀ ਹੈ, ਕਿਉਂਕਿ ਉਹਨੇ ਆਪਣਾ ਆਪਾ ਖਤਮ ਕਰਤਾ ਨਾ। ਜਦੋਂ ਖੇ ਬਣ ਗਿਆ, ਖੇ ਬਣ ਕੇ ਤੇ ਫੇਰ ਭਗਤ ਕਬੀਰ ਸਾਹਿਬ ਕੋਲ ਚਲੇ ਗਿਆ। ਲਓ ਜੀ, ਕਹਿੰਦੇ ਮੈਂ ਖੇ ਬਣ ਗਿਆ ਜੀ, ਹੁਣ ਤੇ ਰੱਬ ਮਿਲ ਜਾਏਗਾ, ਹੁਣ ਤੇ ਅਕਾਲ ਪੁਰਖ ਮਿਲ ਜਾਏਗਾ ਮੈਨੂੰ, ਕਿਉਂਕਿ ਤੁਸੀਂ ਕਿਹਾ ਸੀ ਪਹਿਲਾਂ ਰੋੜਾ ਬਣ, ਮੈਂ ਰੋੜਾ ਬਣ ਗਿਆ ਜੀ। ਰੋੜਾ ਬਣਨ ਤੋਂ ਬਾਅਦ ਤੁਸੀਂ ਕਿਹਾ ਨਹੀਂ, ਤੂੰ ਹਜੇ ਰਾਹਦਾਰਾਂ ਨੂੰ ਦੁੱਖ ਦੇਣਾ, ਅਜੇ ਤੂੰ ਕਿਸੇ ਨੂੰ ਪ੍ਰਸੰਨਤਾ ਦੀ ਨਹੀਂ ਦਿੱਤੀ, ਅਜੇ ਤੂੰ ਖੁਸ਼ੀ ਨਹੀਂ ਦਿੱਤੀ, ਤੂੰ ਖੇ ਬਣ, ਤੈਨੂੰ ਫੇਰ ਮਿਲੇਗਾ ਜੀ। ਮੈਂ ਖੇ ਵੀ ਬਣ ਗਿਆ, ਰੱਬ ਤੇ ਅਜੇ ਵੀ ਨਹੀਂ ਮਿਲਿਆ, ਅਕਾਲ ਪੁਰਖ ਤੇ ਅਜੇ ਵੀ ਨਹੀਂ ਮਿਲਿਆ। ਹੁਣ ਜੇ ਮੈਂ ਉਹਨੂੰ ਮਿਲਣਾ ਹੋਵੇ ਤੇ ਕੀ ਕਰਨਾ ਪਏਗਾ? ਗੱਲ ਇਹ ਹੈ ਕਿ ਸਾਨੂੰ ਆਪਣਾ ਅਭਿਮਾਨ ਤੇ ਆਪਣੀ ਹੋਂਦ, ਇਹਨਾਂ ਦੋਵਾਂ ਚੀਜ਼ਾਂ ਨੂੰ ਖਤਮ ਕਰਨਾ ਪਏਗਾ। ਜਿਹੜਾ ਅਭਿਮਾਨ ਹੈ ਇਹੀ ਸਾਡੀ ਹੋਂਦ ਦਾ ਪ੍ਰਤੀਕ ਹੈ। ਅਭਿਮਾਨ ਛੱਡ ਦਾਂਗੇ, ਸਾਡੀ ਹੋਂਦ ਖਤਮ ਹੋ ਜਾਏਗੀ। ਅਭਿਮਾਨ ਛੁੱਟੇਗਾ ਹੀ ਉਦੋਂ ਜਦੋਂ ਅਸੀਂ ਆਪਣੀ ਹੋਂਦ ਨੂੰ ਖਤਮ ਕੀਤਾ ਹੋਏਗਾ। ਆਪਣੀ ਹੋਂਦ ਜਦੋਂ ਅਸੀਂ ਖਤਮ ਕਰ ਲਈ, ਉਦੋਂ ਅਭਿਮਾਨ ਛੁੱਟ ਗਿਆ। ਪਰ ਕਿਤੇ ਨਾ ਕਿਤੇ ਜਾ ਕੇ ਅਜੇ ਫਿਰ ਵੀ ਸਾਡੇ ਅੰਦਰ ਮੈਂ ਮੇਰੀ ਬੋਲ ਹੀ ਆਉਂਦੀ ਹੈ। ਖੇ ਵੀ ਪੂਰੀ ਤਰ੍ਹਾਂ ਰੱਬ ਨਹੀਂ ਹੈ। ਜਿਹੜਾ ਖੇ ਬਣ ਗਿਆ ਨਾ ਇਨਸਾਨ, ਰੱਬ ਨੂੰ ਉਹ ਵੀ ਨਹੀਂ ਮਿਲਿਆ। ਅਗਾਂਹ ਜਾ ਕੇ ਫਿਰ ਭਗਤ ਜੀ ਨੇ ਦੂਜਾ ਜ਼ਿਕਰ ਕੀਤਾ, ਕਿਉਂਕਿ ਜਦੋਂ ਜਗਿਆਸੂ ਗਿਆ, ਕਹਿੰਦੇ ਜੀ ਮੈਂ ਖੇ ਬਣ ਗਿਆ, ਰੱਬ ਹਜੇ ਵੀ ਨਹੀਂ ਮਿਲਿਆ। ਤੇ ਭਗਤ ਕਬੀਰ ਸਾਹਿਬ ਫਿਰ ਉਹਨੂੰ ਅਗਲੇ ਸ਼ਲੋਕ 'ਚ ਜਵਾਬ ਦਿੰਦੇ ਹਨ। ਕਬੀਰ ਖੇ ਹੋਈ ਤੋ ਕਿਆ ਭਇਆ, ਜੋ ਉੱਡ ਲਾਗੇ ਅੰਗ, ਹਰ ਜਨ ਐਸਾ ਚਾਹੀਐ, ਜਿਉ ਪਾਨੀ ਸਰਬੰਗ। ਭਗਤ ਜੀ ਕਹਿੰਦੇ ਖੇ ਬਣ ਗਿਆ ਸੱਜਣਾ, ਮੁਬਾਰਕਬਾਦ, ਤੂੰ ਦੂਜਾ ਕਦਮ ਵੀ ਬੜਾ ਵਧੀਆ ਚੱਲਿਆ ਰੱਬ ਦੇ ਘਰ ਵੱਲ ਨੂੰ, ਪਰ ਹਜੇ ਰੱਬ ਤੱਕ ਨਹੀਂ ਪਹੁੰਚਿਆ। ਕਹਿੰਦਾ ਜੀ ਹੁਣ ਦੱਸ ਦਿਓ ਫਿਰ ਕਿੱਦਾਂ ਪਹੁੰਚਾਂਗਾ? ਭਗਤ ਜੀ ਕਹਿੰਦੇ ਤੂੰ ਬਹੁਤ ਨਾ ਖੇ ਬਣ ਕੇ ਹੋਇਆ ਤੇ ਚੰਗਾ ਹੈ ਵੀ ਤੂੰ ਆਪਣੀ ਹੋਂਦ ਖਤਮ ਕਰਨ ਦੀ ਕੋਸ਼ਿਸ਼ ਕੀਤੀ, ਪਰ ਹਜੇ ਤੂੰ ਹੋਂਦ ਖਤਮ ਨਹੀਂ ਕੀਤੀ। ਕਿਉਂਕਿ ਜਿੰਨਾ ਚਿਰ ਤੇ ਹਵਾ ਨਹੀਂ ਚੱਲਦੀ, ਉਨਾ ਚਿਰ ਤੇ ਤੂੰ ਚੰਗਾ ਭਲਾ ਜ਼ਮੀਨ ਤੇ ਪਿਆ। ਪਰ ਜੇ ਕਿਤੇ ਹਵਾ ਚੱਲ ਪਏ, ਹਨੇਰੀ ਚੱਲ ਪਏ, ਤੂਫਾਨ ਆ ਜਾਏ, ਤੂੰ ਤੇ ਇਹ ਨਹੀਂ ਵੇਖਦਾ ਵੀ ਬੰਦੇ ਨੇ ਤਨ ਤੇ ਚਿੱਟੇ ਕੱਪੜੇ ਪਾਏ ਕਿ ਕਿਸੇ ਹੋਰ ਰੰਗ ਦੇ ਪਾਏ ਨੇ। ਜੇ ਹਵਾ ਚੱਲ ਪਏ, ਹਨੇਰੀ ਚੱਲ ਪਏ, ਤੂੰ ਤੇ ਇਹ ਨਹੀਂ ਵੇਖਦਾ ਵੀ ਅਗਲੇ ਨੇ ਘਰ 'ਚ ਸਫਾਈ ਕੀਤੀ ਹੋਈ ਹੈ। ਜੇ ਹਨੇਰੀ ਚੱਲ ਪਏ ਤੇ ਤੂੰ ਇਹ ਵੀ ਨਹੀਂ ਵੇਖਿਆ ਵੀ ਬੰਦਾ ਆਪਣੀ ਗੱਡੀ, ਆਪਣਾ ਵਹੀਕਲ ਧੋ ਕੇ ਲੈ ਕੇ ਆਉਂਦਾ ਪਿਆ ਕਿ ਨਹੀਂ। ਜਿੰਨਾ ਚਿਰ ਹਵਾ ਨਹੀਂ ਚੱਲਦੀ ਉਹਨਾਂ ਚਿਰ ਤੂੰ ਜ਼ਮੀਨ ਤੇ ਪਿਆ ਹੈ, ਤੇਰੀ ਹੋਂਦ ਖਤਮ ਹੈ। ਪਰ ਜਦੋਂ ਹਵਾ ਚੱਲੀ, ਹਨੇਰੀ ਚੱਲੀ, ਤੂਫਾਨ ਚੱਲਿਆ, ਤੂੰ ਫੇਰ ਆਪਣਾ ਆਪਾ ਲੈ ਕੇ ਆ ਗਿਆ। ਕਿਉਂ? ਤੂੰ ਇਹ ਨਹੀਂ ਵੇਖਿਆ ਵੀ ਬੰਦਾ ਤਿਆਰ ਹੋ ਕੇ ਕਿਸੇ ਫੰਕਸ਼ਨ ਤੇ ਚੱਲਿਆ, ਜਾਂ ਫੰਕਸ਼ਨ ਤੋਂ ਵਾਪਸ ਆ ਰਿਹਾ, ਜਾਂ ਇਹਨੇ ਤਿਆਰ ਹੋ ਕੇ ਕਿਤੇ ਜਾਣਾ, ਹੋਰ ਜਾਣਾ ਹੋਵੇ, ਤੇ ਤੂੰ ਇਹ ਨਹੀਂ ਵੇਖਿਆ ਜਦੋਂ ਹਵਾ ਚੱਲੀ ਤੂੰ ਅਗਲੇ ਦੇ ਕੱਪੜੇ ਤੱਕ ਲਬੇੜ ਕੇ ਰੱਖਤੇ। ਮਿੱਟੀ ਨੇ ਕੀ ਕਰਨਾ? ਕੱਪੜੇ ਲਬੇੜਨੇ ਹੀ ਨੇ ਨਾ, ਤਨ ਵੀ ਲਬੇੜ ਦੇਣਾ, ਚਿਹਰੇ ਦੇ ਜਿਹੜਾ ਚਿਹਰਾ ਉਹਦੀ ਨੁਹਾਰ ਨੂੰ ਵੀ ਬਦਲ ਦੇਣਾ। ਮਿੱਟੀ ਜਦੋਂ ਚਿਹਰੇ ਤੇ ਪਏਗੀ, ਚਿਹਰੇ ਦਾ ਹਾਲ ਕੀ ਬਣ ਜਾਣਾ? ਅੱਖਾਂ ਵਿੱਚ ਮਿੱਟੀ ਪੈਣੀ, ਅੱਖਾਂ ਦਾ ਹਾਲ ਕੀ ਬਣ ਜਾਣਾ? ਸਾਰੇ ਸਰੀਰਕ ਅੰਗਾਂ ਤੇ ਮਿੱਟੀ ਪਏਗੀ, ਸਰੀਰਕ ਅੰਗ ਦਾ, ਹੱਥਾਂ ਦਾ, ਪੈਰਾਂ ਦਾ ਕੀ ਹਾਲ ਬਣ ਜਾਣਾ? ਭਗਤ ਜੀ ਕਹਿੰਦੇ ਖੇ ਹੋਈ ਤਾਂ ਕਿਆ ਪਿਆ? ਕੀ ਹੋ ਗਿਆ ਜੇ ਤੂੰ ਖੇ ਬਣ ਗਿਆ? ਜੋ ਉੱਡ ਲਾਗੇ ਅੰਗ, ਉੱਡ ਕੇ ਤੂੰ ਲੋਕਾਂ ਦੇ ਹਜੇ ਕੱਪੜੇ ਗੰਦੇ ਕਰੀ ਜਾਣਾ ਹੈ। ਅਜੇ ਤੇ ਤੂੰ ਉੱਡ ਕੇ ਲੋਕਾਂ ਦੇ ਚਿਹਰੇ ਗੰਦੇ ਕਰ ਰਿਹਾ, ਅਜੇ ਤੇ ਤੂੰ ਉੱਡ ਉੱਡ ਕੇ ਲੋਕਾਂ ਦੀਆਂ ਅੱਖਾਂ ਵੀ ਗੰਦੀਆਂ ਕਰ ਰਿਹਾ, ਅਜੇ ਤੂੰ ਉੱਡ ਉੱਡ ਕੇ ਲੋਕਾਂ ਦੇ ਹੱਥ ਪੈਰ ਵੀ ਗੰਦਲੇ ਕਰ ਰਿਹਾ, ਅਜੇ ਸੱਜਣਾ ਤੂੰ ਲੋਕਾਂ ਦੇ ਘਰ ਵੀ ਗੰਦੇ ਕਰਦਾ ਹੈ, ਅਜੇ ਤੂੰ ਲੋਕਾਂ ਦੇ ਸਾਫ਼ ਸਫਾਈ ਕੀਤੇ ਅਸਥਾਨ ਵੀ ਗੰਦਲੇ ਕਰਦਾ ਹੈ। ਅਜੇ ਤੂੰ ਇੱਥੋਂ ਤੱਕ ਵੀ ਝਾਤ ਨਹੀਂ ਮਾਰੀ ਵੀ ਅਗਲਾ ਇੰਨੀ ਸੋਹਣਾ ਵਹੀਕਲ ਲੈ ਕੇ ਆ ਰਿਹਾ ਤੇ ਤੂੰ ਉਹਦੇ ਤੇ ਵੀ ਪੈਣ ਲੱਗਿਆ ਲਬੇੜ ਕੇ ਰੱਖਤਾ। ਖੇ ਹੋਈ ਤਾਂ ਕਿਆ ਪਿਆ? ਕੀ ਹੋ ਗਿਆ ਜੇ ਤੂੰ ਮਿੱਟੀ ਬਣ ਗਿਆ ਹੈ? ਸੱਜਣਾ ਮੰਨਦੇ ਤੇ ਤਾਂ ਜੇ ਹੁਣ ਲੋਕਾਂ ਨੂੰ ਲਬੇੜਦਾ ਨਾ, ਮੰਨਦੇ ਤੇ ਤਾਂ ਜੇ ਲੋਕਾਂ ਦੇ ਘਰ 'ਚ ਗੰਦਗੀ ਨਾ ਫੈਲਾਉਂਦਾ, ਇੰਨਾ ਕੀ ਵੇਖ ਲੈਂਦਾ ਵੀ ਅਗਲੇ ਸਵੇਰ ਤੋਂ ਲੱਗੇ ਸ਼ਾਮਾਂ ਪੈਣ ਵਾਲੀਆਂ ਹੋ ਗਈਆਂ, ਸਫਾਈ ਕਰਕੇ ਹਟੇ ਨੇ, ਸ਼ਾਮਾਂ ਨੂੰ ਹਨੇਰੀ ਚੱਲੀ, ਤੂਫਾਨ ਚੱਲਿਆ, ਤੂੰ ਫੇਰ ਗੰਦਾ ਸਾਰਾ ਕੁਝ ਕਰਕੇ ਰੱਖਤਾ।
ਖੇ ਦਾ ਤੇ ਕੰਮ ਇਹ ਹੀ ਹੈ ਨਾ, ਮਿੱਟੀ ਦਾ ਕੰਮ ਇਹ, ਹਵਾ ਚੱਲੀ ਉਹਨੇ ਉੱਡ ਕੇ ਆਉਣਾ ਹੀ ਆਉਣਾ, ਉਹਨੇ ਸਾਨੂੰ ਗੰਦਿਆਂ ਕਰਨਾ ਹੀ ਕਰਨਾ। ਵਸਤਰ ਉਹਨੇ ਸਾਡੇ ਲਬੇੜਨੇ ਹੀ ਲਬੇੜਨੇ, ਕੱਪੜੇ ਗੰਦੇ ਕਰੇਗੀ ਕਰੇਗੀ, ਸਾਡੇ ਚਿਹਰੇ ਨੂੰ ਵੀ ਉਹਨੇ ਗੰਦਲਾ ਕਰਨਾ ਹੀ ਕਰਨਾ। ਚਾਹੇ ਅਸੀਂ ਜਿਸ ਮਰਜ਼ੀ ਵਹੀਕਲ ਤੇ ਹੋਈਏ, ਉਹਨੇ ਵਹੀਕਲ ਨੂੰ ਵੀ ਗੰਦਾ ਕਰਨਾ ਹੀ ਕਰਨਾ। ਹੋ ਸਕਦਾ ਅਸੀਂ ਪੈਦਲ ਚੱਲ ਕੇ ਜਾਂਦੇ ਹੋਈਏ, ਜਦੋਂ ਹਨੇਰੀ ਚੱਲੇ, ਤੂਫਾਨ ਚੱਲੇ ਤੇ ਸਾਡੀਆਂ ਅੱਖਾਂ ਵਿੱਚ ਵੀ ਮਿੱਟੀ ਪੈ ਜਾਏ, ਅੱਖਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੋ ਜਾਏ, ਅੱਖਾਂ ਨੂੰ ਕਿਸੇ ਤਰ੍ਹਾਂ ਦਾ ਰੋਗ ਲੱਗ ਜਾਏ, ਕੁਝ ਵੀ ਹੋ ਸਕਦਾ। ਭਗਤ ਜੀ ਕਹਿੰਦੇ ਖੇ ਹੋਈ ਤੋਂ ਕਿਆ ਭਇਆ, ਜੋ ਉੱਡ ਲੱਗ ਗਏ ਅੰਗ। ਸੱਜਣਾ ਇੱਕ ਕਦਮ ਤੈਨੂੰ ਹੋਰ ਚੱਲਣਾ ਪੈਣਾ, ਫਿਰ ਰੱਬ ਤੱਕ ਸ਼ਾਇਦ ਪਹੁੰਚ ਜਾਏ। ਖਿੰਦਾ ਜੀ ਹੁਣ ਉਹ ਵੀ ਦੱਸ ਦਿਓ। ਭਗਤ ਜੀ ਕਹਿੰਦੇ ਹੁਣ ਏਦਾਂ ਕਰ, ਤੂੰ ਨਾ ਪਾਣੀ ਵਰਗਾ ਬਣ ਜਾ। ਪਾਣੀ ਨੇ ਨਾ ਕਿਸੇ ਦੇ ਪੈਰ 'ਚ ਵੱਜਣਾ, ਕਿਉਂਕਿ ਉਹ ਰੋੜੇ ਵਾਂਗੂ ਸਖਤ ਨਹੀਂ ਹੈ। ਪਾਣੀ ਨੇ ਨਾ ਕਿਸੇ ਦੇ ਪੈਰ 'ਚ ਵੱਜਣਾ ਤੇ ਨਾ ਹੀ ਉਹਨੇ ਕਿਸੇ ਨੂੰ ਗੰਦਲਾ ਕਰਨਾ, ਸਗੋਂ ਗੰਦੇ ਹੋਏ ਨੂੰ ਵੀ ਪਾਣੀ ਸੁਥਰਾ ਕਰ ਦਿੰਦਾ, ਸਾਫ਼ ਕਰ ਦਿੰਦਾ। ਕੱਪੜੇ ਗੰਦਗੀ ਨਾਲ ਭਰ ਗਏ, ਪਾਣੀ ਨਾਲ ਧੋ ਲਏ ਗਏ। ਚਿਹਰਾ ਗੰਦਗੀ ਨਾਲ ਭਰਿਆ, ਮਿੱਟੀ ਨਾਲ ਭਰਿਆ, ਜਲ ਨਾਲ ਉਹਨੂੰ ਵੀ ਧੋ ਲਿਆ। ਜੇ ਵਹੀਕਲ ਗੰਦਗੀ ਨਾਲ ਭਰ ਗਿਆ ਤੇ ਪਾਣੀ ਨਾਲ, ਪਾਣੀ ਦੀ ਵਰਤੋਂ ਕਰਕੇ, ਜਲ ਦੀ ਵਰਤੋਂ ਕਰਕੇ ਉਹਨੂੰ ਵੀ ਧੋ ਲਿਆ। ਘਰ ਵਿੱਚ ਮਿੱਟੀ ਭਰ ਗਈ ਤੇ ਘਰ ਨੂੰ ਧੋਣ ਲੱਗਿਆਂ ਵੀ ਅਸੀਂ ਪਾਣੀ ਨਾਲ ਧੋ ਲਿਆ। ਸਗੋਂ ਗੰਦੇ ਹੋਏ ਅਸਥਾਨਾਂ ਨੂੰ, ਗੰਦੇ ਹੋਏ ਪਦਾਰਥਾਂ ਨੂੰ ਪਾਣੀ ਦੀ ਵਰਤੋਂ ਕਰਕੇ ਤੇ ਸੁਥਰਾ ਕਰ ਲਿਆ, ਸਾਫ਼ ਕਰ ਲਿਆ। ਭਗਤ ਜੀ ਕਹਿੰਦੇ ਪਾਣੀ ਵਰਗਾ ਬਣ ਜਾ, ਜਲ ਵਰਗਾ ਬਣ ਜਾ, ਕਿਉਂਕਿ ਜਲ ਨਾ ਕਿਸੇ ਦੇ ਪੈਰਾਂ ਵਿੱਚ ਵੱਜੇਗਾ, ਅਭਿਮਾਨ ਵੀ ਨਹੀਂ ਹੋਏਗਾ। ਤੇ ਜਦੋਂ ਭਾਈ ਗੁਰਦਾਸ ਜੀ ਨੂੰ ਪੜਾਂਗੇ ਨਾ, ਤੇ ਭਾਈ ਗੁਰਦਾਸ ਜੀ ਨੇ ਜ਼ਿਕਰ ਕਰਦਿਆਂ ਇਸ ਗੱਲ ਦਾ ਵੀ ਜ਼ਿਕਰ ਕੀਤਾ ਸੀ, ਕਹਿੰਦੇ ਪਾਣੀ ਵਰਗਾ ਜਿਹੜਾ ਹੈ ਨਾ, ਉਹ ਨੀਵਾਂਪਨ ਵੀ ਕਿਸੇ ਕੋਲ ਨਹੀਂ। ਕਿਉਂਕਿ ਉਹਨਾਂ ਜ਼ਿਕਰ ਕਰਦਿਆਂ ਆਖਿਆ ਸੀ ਧਰਤੀ ਪੈਰਾਂ ਹੇਠ ਹੈ, ਜਿਹੜੀ ਧਰਤੀ ਆ ਉਹ ਸਾਡੇ ਪੈਰਾਂ ਹੇਠਾਂ ਹੈ। ਧਰਤੀ ਨੂੰ ਬੜਾ ਅਸੀਂ ਨੀਵਾਂ ਸਮਝਦੇ ਹਾਂ। ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ, ਪਾਣੀ ਇਹਦੇ ਤੋਂ ਵੀ ਥੱਲੇ ਹੈ। ਤੇ ਪਾਣੀ ਦਾ ਸੁਭਾਅ ਹੈ, ਪਾਣੀ ਚੱਲੇ ਨਿਵਾਣ ਵੱਲ। ਉਹਨੇ ਜਦੋਂ ਵੀ ਚੱਲਣਾ ਉਹਨੇ ਨੀਵੇਂ ਥਾਂ ਨੂੰ ਹੀ ਚੱਲਣਾ, ਕਦੇ ਉੱਚੇ ਥਾਂ ਵੱਲ ਪਾਣੀ ਨਹੀਂ ਚੱਲਦਾ। ਕਦੇ ਵੇਖਿਆ ਤਾਂ ਨੂੰ ਚੜਿਆ ਜਾਂਦਾ ਹੋਵੇ ਪਾਣੀ, ਬਿਨਾਂ ਕਿਸੇ ਇੰਸਟਰੂਮੈਂਟ ਤੋਂ, ਬਿਨਾਂ ਕਿਸੇ ਯੰਤਰ ਦੀ ਵਰਤੋਂ ਤੋਂ, ਮੋਟਰ ਦੀ ਵਰਤੋਂ ਤੋਂ ਜਾਂ ਪੰਪ ਦੀ ਵਰਤੋਂ ਤੋਂ ਬਿਨਾਂ ਪਾਣੀ ਤਾਂ ਨੂੰ ਚੜਿਆ ਹੋਵੇ, ਨਹੀਂ ਚੜਦਾ। ਉਹਨੇ ਕੀ ਕਰ, ਜੇ ਅਸੀਂ ਆਪਣੇ ਹੱਥ ਵਿੱਚ ਪਾਈਪ ਪਾਣੀ ਵਾਲਾ ਫੜ ਕੇ ਪਾਣੀ ਉਹ ਤਾਂ ਨੂੰ ਭੇਜਣ ਦੀ ਵੀ ਕੋਸ਼ਿਸ਼ ਕਰਾਂਗੇ ਤੇ ਉਹਨੇ ਵੀ ਥੱਲੇ ਨੂੰ ਹੀ ਆਉਣਾ। ਪਾਣੀ ਚੱਲੇ ਨਿਵਾਣ ਵੱਲ, ਇਹ ਸੁਭਾਅ ਪਾਣੀ ਦਾ। ਉਹਨੇ ਜਦੋਂ ਤੁਰਨਾ ਉਹਨੇ ਨੀਵੇਂ ਪਾਸੇ ਨੂੰ ਹੀ ਤੁਰਨਾ। ਜਦੋਂ ਆਪਾਂ ਆਪਣੇ ਘਰਾਂ ਦੀ ਸਾਰਾ ਜਿਹੜਾ ਮੈਪ ਉਹ ਤਿਆਰ ਕਰਦੇ ਤੇ ਸਾਰੀਆਂ ਕੰਧਾਂ ਖੜੀਆਂ ਕਰ ਲਈਆਂ, ਛੱਤ ਵੀ ਪਾ ਲਈ, ਤੇ ਜਦੋਂ ਫਰਸ਼ ਪਾਉਣ ਦੀ ਵਾਰੀ ਆਉਂਦੀ ਨਾ ਤੇ ਉਦੋਂ ਵੇਖਿਆ ਜਾਂਦਾ ਵੀ ਹੁਣ ਢਲਾਣ ਕਿਹੜੇ ਵਾਲੇ ਪਾਸੇ ਨੂੰ ਕਰਨੀ, ਉਹਨੂੰ ਨੀਵਾਂ ਕਿੱਧਰ ਨੂੰ ਲੈ ਕੇ ਜਾਣਾ ਵੀ ਪਾਣੀ ਸਾਰਾ ਇੱਕ ਪਾਸੇ ਨਿਕਲਦਾ ਹੋ ਜਾਏ। ਜਿੱਧਰ ਨੂੰ ਨੀਵਾਂ ਥਾਂ ਹੁੰਦਾ ਉਧਰ ਨੂੰ ਪਾਣੀ ਦੌੜਿਆ ਜਾਂਦਾ। ਹੁਣ ਪਾਣੀ ਵਰਗੀ ਨਿਮਰਤਾ ਕਿਸੇ ਕੋਲ ਨਹੀਂ, ਅਭਿਮਾਨ ਖਤਮ ਹੋ ਗਿਆ। ਭਗਤ ਜੀ ਕਹਿੰਦੇ ਤੂੰ ਪਾਣੀ ਬਣ ਜਾ ਭਾਈ, ਕਿਉਂਕਿ ਜੇ ਪਾਣੀ ਬਣ ਜਾਏਗਾ ਨਾ ਤੇਰਾ ਅਭਿਮਾਨ ਵੀ ਖਤਮ ਹੋ ਜਾਏਗਾ, ਤੂੰ ਕਿਸੇ ਦੇ ਪੈਰਾਂ 'ਚ ਵੱਜੇਗਾ ਨਹੀਂ। ਪਾਣੀ ਕਦੇ ਕਿਸੇ ਦੇ ਪੈਰ 'ਚ ਵੱਜਾ? ਪਾਣੀ ਵੱਜਣ ਨਾਲ ਕਿਸੇ ਦੇ ਲਹੂ ਨਿਕਲ ਆਇਆ ਹੋਵੇ ਪੈਰ 'ਚੋਂ? ਨਹੀਂ, ਨਾ ਉਹ ਕਿਸੇ ਦੇ ਪੈਰਾਂ 'ਚ ਵੱਜਦਾ ਤੇ ਨਾ ਹੀ ਉਹ ਕਿਸੇ ਨੂੰ ਗੰਦਲਾ ਕਰਦਾ, ਚਾਹੇ ਅਸੀਂ ਤੁਰੇ ਜਾਈਏ। ਹਾਂ, ਪਾਣੀ ਵਿੱਚ, ਜੇ ਪਾਣੀ ਵਿੱਚ ਵੀ ਤੁਰਾਂਗੇ ਨਾ ਤੇ ਹੋ ਸਕਦਾ ਸਾਡੇ ਕੱਪੜੇ ਗਿੱਲੇ ਹੋ ਜਾਣ, ਵਸਤਰ ਗਿੱਲੇ ਹੋ ਜਾਣ, ਪਰ ਇਹ ਨਹੀਂ ਕਹਿ ਸਕਦੇ ਵੀ ਪਾਣੀ ਨਾਲ ਸਾਡੇ ਵਸਤਰ ਲਿਬੜ ਗਏ। ਇਹ ਅਸੀਂ ਕਦੇ ਵੀ ਨਹੀਂ ਕਹਿ ਸਕਦੇ। ਪਾਣੀ ਨਾਲ ਚਿੱਕੜ ਹੋਵੇ ਗੱਲ ਵੱਖਰੀ ਹੈ, ਪਰ ਪਾਣੀ ਨਾਲ ਕਦੇ ਵਸਤਰ ਨਹੀਂ ਲਿਬੜੇ। ਭਗਤ ਜੀ ਕਹਿੰਦੇ ਪਾਣੀ ਵਰਗਾ ਬਣ ਜਾ, ਕਿਉਂਕਿ ਤੂੰ ਨਾ ਲੋਕਾਂ ਦੇ ਗੰਦਗੀ ਜਿਹੜੀ ਉਹਨੂੰ ਸਾਫ਼ ਕਰਨ ਦੇ ਕੰਮ ਆਏਗਾ, ਕਿਸੇ ਨੂੰ ਲਬੇੜੇਗਾ ਨਹੀਂ। ਸਗੋਂ ਜੇ ਕੋਈ ਲਿਬੜਿਆ ਹੋਏਗਾ ਉਹ ਤੇਰੀ ਵਰਤੋਂ ਕਰਕੇ ਸੁਥਰਾ ਹੋ ਜਾਏਗਾ। ਜੇ ਕੋਈ ਗੰਦਗੀ ਨਾਲ ਭਰ ਵੀ ਜਾਏਗਾ ਉਹ ਤੇਰਾ ਸੰਗ ਕਰਕੇ ਤੇ ਸੁਥਰਾ ਹੋ ਜਾਏਗਾ। ਉਹ ਇਨਸਾਨ ਜਿਹੜਾ ਜਗਿਆਸੂ ਸੀ ਉਹ ਪਾਣੀ ਬਣ ਗਿਆ, ਮਤਲਬ ਉਹਨੇ ਪਾਣੀ ਵਰਗਾ ਜੀਵਨ ਬਣਾ ਲਿਆ। ਜਦੋਂ ਪਾਣੀ ਵਰਗਾ ਜੀਵਨ ਬਣ ਗਿਆ, ਚੱਲ ਕੇ ਆ ਗਿਆ ਭਗਤ ਕਬੀਰ ਸਾਹਿਬ ਕੋਲ, ਫੇਰ ਜਗਿਆਸੂ ਆ ਕੇ ਕਹਿੰਦਾ ਜੀ ਮੈਂ ਬਣ ਗਿਆ ਜਲ ਵਰਗਾ, ਰੱਬ ਹਜੇ ਵੀ ਨਹੀਂ ਮਿਲਿਆ, ਵੀ ਹੁਣ ਦੱਸੋ ਕੀ ਕਰਾਂ। ਭਗਤ ਜੀ ਕਹਿੰਦੇ ਜਦੋਂ ਮੈਂ ਤੈਨੂੰ ਕਿਹਾ ਨਾ ਵੀ ਪਾਣੀ ਬਣ ਜਾ, ਤੂੰ ਚਲਾ ਗਿਆ। ਉਦੋਂ ਬਾਅਦ ਚ ਕਹਿੰਦੇ ਫਿਰ ਬੈਠ ਕੇ ਵਿਚਾਰਿਆ
ਵੀ ਔਗਣ ਤੇ ਪਾਣੀ ਵਿੱਚ ਵੀ ਹੈ। ਔਗਣ ਤੇ ਪਾਣੀ ਵਿੱਚ ਵੀ ਹੈ। ਕਹਿੰਦੇ ਜੀ ਹੁਣ ਪਾਣੀ ਵਿੱਚ ਕੀ ਔਗਣ ਹੈ ਇਹ ਵੀ ਦੱਸ ਦਿਓ। ਤੇ ਭਗਤ ਜੀ ਕਹਿੰਦੇ ਤੂੰ 3 ਕਦਮ ਬੜੇ ਵਧੀਆ ਰੱਬ ਦੇ ਘਰ ਵੱਲ ਨੂੰ ਤੁਰਿਆ, ਕਿਉਂਕਿ ਸ਼ੁਰੂਆਤ ਜਿਹੜੀ ਨਾ ਉਹ ਇੱਥੋਂ ਹੀ ਹੋਏਗੀ। ਰੋੜਾ ਹੋਏ ਰਹੋ ਬਾਟਕਾ। ਪਹਿਲੋਂ ਰੋੜਾ ਹੀ ਬਣਨਾ ਪੈਣਾ, ਫਿਰ ਰੋੜੇ ਤੋਂ ਖੇਹ ਬਣਾਂਗੇ, ਫਿਰ ਖੇਹ ਤੋਂ ਪਾਣੀ ਬਣਾਂਗੇ। ਫਿਰ ਇਹ 3 ਕਦਮ ਨੇ ਜਿਹੜੇ ਰੱਬ ਦੇ ਘਰ ਵੱਲ ਨੂੰ ਜਾਂਦੇ। ਤੇ ਅਖੀਰ ਭਗਤ ਜੀ ਨੇ ਆ ਕੇ ਫਿਰ ਪਾਣੀ ਦਾ ਜਿਹੜਾ ਔਗਣ ਹੈ ਉਹ ਵੀ ਪ੍ਰਗਟਾਇਆ, ਤੇ ਨਾਲੇ ਉਹਨਾਂ ਫਿਰ ਦੱਸਿਆ ਸਾਰਾ ਕੁਝ ਸੰਕੋਚਦਿਆਂ ਹੋਇਆਂ ਵੀ ਰੱਬ ਨੂੰ ਮਿਲਣਾ ਹੋਵੇ ਤੇ ਕਿਸ ਤਰ੍ਹਾਂ ਦਾ ਜੀਵਨ ਚਾਹੀਦਾ ਹੈ। ਕਬੀਰ ਪਾਣੀ ਹੁਆ ਤਾਂ ਕਿਆ ਪਿਆ, ਤੀਰਾ ਤਾਤਾ ਹੋਏ। ਹਰ ਜਨ ਐਸਾ ਚਾਹੀਐ, ਜੈਸਾ ਹਰ ਹੀ ਹੋਏ। ਭਗਤ ਜੀ ਕਹਿੰਦੇ ਤੂੰ ਪਾਣੀ ਬਣ ਗਿਆ ਤੇ ਕੀ ਹੋ ਗਿਆ? ਕਿੱਡੀ ਕੁ ਵੱਡੀ ਗੱਲ ਹੈ। ਪਾਣੀ ਹੁਆ ਤਾਂ ਕਿਆ ਪਿਆ, ਸੀਰਾ ਤਾਤਾ ਹੋਏ। ਸੀਰਾ ਮਤਲਬ ਠੰਡਾ ਤੇ ਤਾਤਾ ਮਤਲਬ ਤੱਤਾ, ਗਰਮ। ਕੀ ਹੋ ਗਿਆ ਜੇ ਪਾਣੀ ਬਣ ਗਿਆ? ਕਿਉਂਕਿ ਤੂੰ ਗਰਮ ਵੀ ਹੁੰਨਾ ਤੇ ਠੰਡਾ ਵੀ ਹੁੰਨਾ। ਹੁਣ ਸਿਆਲ ਹੁੰਦਾ ਹੈ, ਸਰਦੀ ਦਾ ਮੌਸਮ ਹੁੰਦਾ ਤੇ ਪਾਣੀ ਨੂੰ ਹੱਥ ਲਾਉਣ ਨੂੰ ਵੀ ਜੀ ਨਹੀਂ ਕਰਦਾ, ਤੇ ਜੇ ਗਰਮੀ ਹੁੰਦੀ ਹੈ ਪਾਣੀ ਨੂੰ ਹੱਥ ਲਾਉਣ ਨੂੰ ਫਿਰ ਵੀ ਜੀ ਨਹੀਂ ਕਰਦਾ, ਕਿਉਂਕਿ ਗਰਮੀ 'ਚ ਪਾਣੀ ਨੇ ਗਰਮ ਹੋ ਜਾਣਾ, ਸਿਆਲ 'ਚ ਪਾਣੀ ਨੇ ਠੰਡਿਆ ਹੋ ਜਾਣਾ। ਹੱਥ ਦੋਵਾਂ ਮੌਸਮਾਂ 'ਚ ਹੀ ਲਾਉਣ ਨੂੰ ਜੀ ਨਹੀਂ ਕਰਨਾ। ਤੇ ਜੇ ਗਰਮੀ 'ਚ ਹੁਣ ਪਾਣੀ ਚਾਹੀਦਾ ਸਾਨੂੰ, ਅਸੀਂ ਕਹਿੰਦੇ ਠੰਡਾ ਪਾਣੀ ਚਾਹੀਦਾ। ਸਿਆਲ ਹੁੰਦਾ ਤੇ ਅਸੀਂ ਕਹਿੰਦੇ ਗਰਮ ਚਾਹੀਦਾ, ਪਰ ਹੁਣ ਲੈ ਕੇ ਕਿੱਥੋਂ ਆਈਏ? ਤੇ ਫਿਰ ਉਹਦੇ ਲਈ ਸਾਨੂੰ ਕੋਈ ਨਾ ਕੋਈ ਵਰਤੋਂ ਕਰਨੀ ਪੈਂਦੀ। ਪਾਣੀ ਗਰਮ ਕਰਨਾ ਪੈਂਦਾ, ਉਬਾਲਣਾ ਪੈਂਦਾ, ਫਿਰ ਅਸੀਂ ਗਰਮ ਪਾਣੀ ਦੀ ਵਰਤੋਂ ਕਰਦੇ। ਤੇ ਠੰਡਾ ਕਰਨ ਲਈ ਸਾਨੂੰ ਰੈਫਰੀਜਰੇਟਰ ਦੀ ਜ਼ਰੂਰਤ ਪੈਂਦੀ ਹੈ। ਅਸੀਂ ਉਹਦੇ 'ਚ ਰੱਖ ਕੇ ਪਾਣੀ ਠੰਡਾ ਕਰ ਕਰਕੇ ਬਰਫ਼ ਪਾ ਕੇ ਫਿਰ ਅਸੀਂ ਪਾਣੀ ਪੀਨੇ, ਵੀ ਠੰਡਾ ਹੋ ਗਿਆ। ਭਗਤ ਜੀ ਕਹਿੰਦੇ ਪਾਣੀ ਹੁਆ ਤਾਂ ਕਿਆ ਪਿਆ, ਸੀਰਾ ਤਾਤਾ ਹੋਏ। ਅਜੇ ਤੂੰ ਆਪਣਾ ਸੁਭਾਅ ਤੇ ਨਹੀਂ ਨਾ ਛੱਡਿਆ, ਔਗਣ ਤੇ ਜੇ ਕਿੱਡਾ ਵੱਡਾ ਚੁੱਕੀ ਫਿਰਦਾ। ਸੀਰਾ ਤਾਤਾ ਮਤਲਬ ਜੇ ਇੱਥੇ ਤੈਨੂੰ ਕੋਈ ਅੱਗੋਂ ਠੰਡਾ ਬੰਦਾ ਮਿਲ ਜਾਂਦਾ, ਜਿਹੜਾ ਠਰਮੇ ਨਾਲ ਗੱਲ ਕਰਨ ਵਾਲਾ, ਬਹਿ ਕੇ ਵਿਚਾਰ ਕਰਨ ਵਾਲਾ, ਉਹਦੇ ਨਾਲ ਤੇ ਤੂੰ ਬਹਿ ਕੇ ਵਿਚਾਰ ਕਰ ਲੈਣਾ, ਠੰਡੇ ਸੁਭਾਅ ਨਾਲ ਗੱਲ ਕਰ ਲੈਣਾ। ਜੇ ਕੋਈ ਅੱਗੋਂ ਅੱਗ ਬਬੋਲਾ ਹੋਇਆ ਆਉਂਦਾ ਤੇ ਤੂੰ ਉਦੋਂ ਅੱਗੋਂ ਭਾਂਬੜ ਮਚਾ ਕੇ ਤੁਰਿਆ ਜਾਂਦਾ ਵੀ ਤੂੰ ਕਿੱਥੋਂ ਆਇਆ। ਜੇ ਕੋਈ ਨਿਮਰਤਾ ਨਾਲ ਭਰਿਆ ਹੋਇਆ ਤੇਰੇ ਕੋਲ ਆ ਕੇ ਤੇਰੇ ਨਾਲ ਵਿਚਾਰ ਕਰਦਾ, ਅੱਗੋਂ ਤੂੰ ਉਹਦੇ ਪੈਰਾਂ ਵਿੱਚ ਬੈਠਣ ਨੂੰ ਹੁੰਨਾ ਵੀ ਮੈਂ ਤੁਹਾਡੇ ਤੋਂ ਵੀ ਨੀਵਾਂ ਜੀ, ਠੰਡਾ ਬਹੁਤ ਹੈ ਤੂੰ। ਤੇ ਜੇ ਕੋਈ ਅੱਗੋਂ ਅੱਗ ਦਾ ਭਾਂਬੜ ਬਣਿਆ ਆਉਂਦਾ ਤੇ ਤੂੰ ਜਵਾਲਾਮੁਖੀ ਬਣ ਕੇ ਫਟਣ ਨੂੰ ਹੀ ਫਿਰਦਾ ਵੀ ਤੂੰ ਕੌਣ ਆਇਆ, ਮੈਂ ਤੇਰੇ ਤੋਂ ਵੀ ਵੱਡੀ ਤਾਕਤ ਵਾਲਾ ਮਾਲਕ ਆ, ਵੀ ਤੂੰ ਮੇਰਾ ਨਹੀਂ ਕੁਝ ਵਿਗਾੜ ਸਕਦਾ। ਜੇ ਮੇਰੇ ਕੋਲ ਚੱਲ ਕੇ ਆ ਗਿਆ ਤੇ ਹੁਣ ਤੂੰ ਜਿਉਂਦਾ ਨਹੀਂ ਜਾਂਦਾ। ਆ ਵੀ ਇਨਸਾਨ ਦਾ ਹੀ ਨੇਚਰ ਹੈ, ਪਾਣੀ ਦਾ ਨੇਚਰ ਇਹ ਹੀ ਹੈ ਨਾ। ਜੇ ਸੀਰਾ ਕੋਈ ਮਿਲ ਗਿਆ ਤੇ ਇਹਨੇ ਸੀਰਾ ਹੋ ਜਾਣਾ, ਤੱਤਾ ਕੋਈ ਮਿਲ ਗਿਆ ਤੇ ਇਹਨੇ ਤੱਤਾ ਹੋ ਜਾਣਾ। ਤੇ ਭਗਤ ਜੀ ਕਹਿੰਦੇ ਪਾਣੀ ਹੁਆ ਤਾਂ ਕਿਆ ਪਿਆ, ਸੀਰਾ ਤਾਤਾ ਹੋਏ। ਉਹ ਸੱਜਣਾ ਕੀ ਹੋ ਗਿਆ ਜੇ ਤੂੰ ਪਾਣੀ ਬਣ ਗਿਆ, ਪਰ ਤੂੰ ਆਪਣੇ ਔਗਣ ਨੂੰ ਨਹੀਂ ਛੱਡਿਆ। ਸੀਰਾ ਤੇ ਤੱਤਾ ਹੋਣਾ ਤੂੰ ਛੱਡਿਆ ਕੋਈ ਨਹੀਂ, ਠੰਡਾ ਤੇ ਗਰਮ ਹੋਣਾ ਤੂੰ ਕੋਈ ਨਹੀਂ ਛੱਡਿਆ। ਪਰ ਹੁਣ ਖਿਆਲ ਕਰੀ, ਜੇ ਰੱਬ ਨੂੰ ਮਿਲਣਾ ਚਾਹੁੰਦਾ ਛੱਡ ਦੇ ਸਾਰੀਆਂ ਗੱਲਾਂ, ਨਾ ਰੋੜੇ ਦੀ ਚਿੰਤਾ ਕਰ, ਨਾ ਖੇਹ ਦੀ ਚਿੰਤਾ ਕਰਦੇ, ਨਾ ਪਾਣੀ ਦੀ। ਜੇ ਰੱਬ ਨੂੰ ਮਿਲਣਾ ਚਾਹੁੰਦਾ ਤੇ ਉਦਾਂ ਦਾ ਹੀ ਬਣ ਜਾ ਜਿੱਦਾਂ ਦਾ ਰੱਬ ਹੈ, ਫਿਰ ਮਿਲਾਪ ਹੋ ਸਕਦਾ ਹੈ, ਨਹੀਂ ਤੇ ਕੋਈ ਮਿਲਾਪ ਨਹੀਂ। ਆ ਚੀਜ਼ਾਂ ਜਿਹੜੀਆਂ 3 ਗੱਲਾਂ ਕੀਤੀਆਂ ਨਾ, ਰੋੜੇ ਦੀ, ਖੇਹ ਦੀ, ਪਾਣੀ ਦੀ, ਇਹ ਸਾਡੀ ਨਿਮਰਤਾ ਨੂੰ ਪ੍ਰਗਟਾਉਂਦੀਆਂ ਨੇ, ਸਾਡੇ ਨੀਵੇਂਪਨ ਨੂੰ ਪ੍ਰਗਟਾਉਂਦੀਆਂ। ਪਰ ਕਿਤੇ ਨਾ ਕਿਤੇ ਜਾ ਕੇ ਇਹਨਾਂ ਦਾ ਜਿਹੜਾ ਦੂਜਾ ਪੱਖ ਹੈ, ਭਗਤ ਜੀ ਨੇ ਉਹ ਵੀ ਵੇਖਿਆ, ਕਿਉਂਕਿ ਉਦਾਹਰਣ ਦੇ ਕੇ ਖੁਦ ਉਹਨਾਂ ਨਾਲ ਦੂਜਾ ਪੱਖ ਰੱਖਿਆ। ਤੇ ਦੂਜਾ ਪੱਖ ਰੱਖਦਿਆਂ ਹੋਇਆਂ ਉਹਨਾਂ ਦਾ ਔਗਣ ਅੱਗੇ ਰੱਖਿਆ। ਰੋੜੇ ਦਾ ਔਗਣ ਪੈਰ ਵਿੱਚ ਵੱਜਣਾ, ਖੇਹ ਦਾ ਔਗਣ ਗੰਧਲਾ ਕਰਨਾ, ਪਾਣੀ ਦਾ ਔਗਣ ਠੰਡਾ ਤੇ ਤੱਤਾ ਹੋਣਾ। ਹੁਣ ਰੱਬ ਤੇ ਕਿਸੇ ਔਗਣ ਦਾ ਮਾਲਕ ਨਹੀਂ ਹੈ ਨਾ, ਰੱਬ ਤੇ ਗੁਣਾਂ ਨਾਲ ਭਰਪੂਰ ਹੈ। ਤੇ ਅਸੀਂ ਉਸ ਗੁਣਾਂ ਨਾਲ ਭਰਪੂਰ ਅਕਾਲ ਪੁਰਖ ਨੂੰ ਮਿਲਣਾ ਹੋਵੇ ਤੇ ਔਗਣਾ ਭਰਿਆ ਹੋਇਆ ਸਰੀਰ ਚੁੱਕ ਕੇ ਕਿੱਥੋਂ ਮਿਲ ਜਾਾਂਗੇ ਅਸੀਂ ਰੱਬ ਨੂੰ?
ਰੱਬ ਨੂੰ ਮਿਲਣਾ ਹੋਵੇ, ਰੱਬ ਗੁਣ ਭਰਪੂਰ ਹੈ, ਉਹਦੇ ਚ ਕੋਈ ਸੀਰਾ ਤਤਾ, ਰੱਬ ਕਦੇ ਗਰਮ ਠੰਡਾ ਨਹੀਂ ਹੁੰਦਾ। ਕਿਉਂਕਿ ਜੇ ਰੱਬ ਗਰਮ ਠੰਡਾ ਹੋਣ ਤੇ ਆ ਜਾਏ ਤੇ ਜਿਹੜੇ ਰੱਬ ਨੂੰ ਅਪਸ਼ਬਦ ਬੋਲਣ ਵਾਲੇ ਰੱਬ ਤੇ ਅੱਗ ਲਾ ਕੇ ਸਾਰਿਆਂ ਨੂੰ ਸਾੜ ਦੇ। ਕਦੇ ਵੇਖਿਆ ਰੱਬ ਨੇ ਕਿਸੇ ਨੂੰ ਅੱਗ ਲਾ ਕੇ ਸਾੜਦੇ ਆ? ਤੇ ਕਿੰਨੇ ਇਨਸਾਨ ਨੇ ਜਿਹੜੇ ਇਸ ਧਰਤੀ ਦੇ ਉੱਤੇ, ਚਲੋ ਸਾਰੀ ਵਰਲਡ ਦੀ ਗੱਲ ਛੱਡੋ, ਹਿੰਦੁਸਤਾਨ ਦੀ ਧਰਤੀ ਤੇ 130 ਕਰੋੜ ਬੰਦੇ ਨੇ ਆਬਾਦੀ ਜਿਹੜੀ ਹੈ। ਹੁਣ 130 ਕਰੋੜ ਦੇ 130 ਕਰੋੜ ਇਹ ਥੋੜੀ ਕਹਿੰਦੇ ਰੱਬ ਬੜਾ ਚੰਗਾ ਹੈ। ਕਿੰਨੇ ਬੰਦੇ ਜਿਹੜੇ ਕਹਿੰਦੇ ਰੱਬ ਮਾੜਾ ਬਹੁਤ ਹੈ, ਕਿੰਨੀ ਅਪਸ਼ਬਦ ਬੋਲਦੇ। ਕਈ ਤੇ ਉਹ ਵੀ ਨੇ ਜਿਹੜੇ ਕਹਿੰਦੇ ਰੱਬ ਹੈ ਹੀ ਨਹੀਂ। 130 ਕਰੋੜ ਦੇ ਵਿੱਚੋਂ ਉਹ ਵੀ ਤੇ ਇਨਸਾਨ ਮੌਜੂਦ ਨੇ ਨਾ ਜਿਨ੍ਹਾਂ ਨੂੰ ਆਪਾਂ ਨਾਸਤਕ ਕਹਿੰਦੇ ਆ, ਜਿਹੜੇ ਰੱਬ ਦੀ ਹੋਂਦ ਮੰਨਦੇ ਹੀ ਨਹੀਂ। ਤੇ ਰੱਬ ਤੇ ਉਹਨਾਂ ਨੂੰ ਸਾੜਦੇ ਫਿਰ ਵੀ ਤੁਸੀਂ ਮੈਨੂੰ ਨਹੀਂ ਮੰਨਦੇ, ਹੁਣ ਤੁਹਾਨੂੰ ਮੈਂ ਮਨਾ ਕੇ ਵਿਖਾਉਣਾ ਵੀ ਮੈਂ ਹੈਗਾ। ਨਹੀਂ ਸਾੜਿਆ ਰੱਬ ਨੇ। ਤੇ ਨਾ ਹੀ ਰੱਬ ਨੇ ਉਹਨਾਂ ਨੂੰ ਕੁਝ ਕਿਹਾ। ਚਲੋ ਨਾ ਮੰਨਣ ਵਾਲਿਆਂ ਨੂੰ ਵੀ ਬਖਸ਼ ਦਿੰਦਾ। ਇੱਕ ਬੰਦਾ ਉਹ ਨਾ ਜਿਹੜਾ ਸਾਨੂੰ ਮੰਨਦਾ ਹੀ ਨਹੀਂ, ਜਿਹੜਾ ਸਾਨੂੰ ਜਾਣਦਾ ਹੀ ਨਹੀਂ, ਸਾਨੂੰ ਉਹਦੀ ਪਰਵਾਹ ਵੀ ਕੋਈ ਨਹੀਂ। ਇੱਕ ਉਹ ਹੈ ਜਿਹੜਾ ਸਾਨੂੰ ਜਾਣਦਾ ਵੀ ਹੈ, ਜਾਣਦਾ ਹੋਇਆ ਸਾਨੂੰ ਅਪਸ਼ਬਦ ਬੋਲੇ, ਉਹਨੂੰ ਨਹੀਂ ਬਖਸ਼ਦੇ ਫਿਰ ਅਸੀਂ। ਦੇਖ ਲਓ ਤੁਸੀਂ ਸੰਸਾਰ ਤੇ ਝਾਤ ਮਾਰ ਕੇ, ਕੋਈ ਬੰਦਾ ਤੁਰਿਆ ਜਾਂਦਾ ਹੋਵੇ, ਸਾਨੂੰ ਜਾਣਦਾ ਭਾਵੇਂ ਨਹੀਂ ਜਾਣਦਾ, ਕਿਤੇ ਭੁਲੇਖੇ ਨਾਲ ਵੀ ਸਾਨੂੰ ਕਿਤੇ ਅਪਸ਼ਬਦ ਬੋਲਦੇ ਨਾ, ਫਿਰ ਅਸੀਂ ਉਹਨੂੰ ਦੱਸਦੇ ਹਾਂ ਵੀ ਹਾਂ ਹੁਣ ਦੱਸ ਤੂੰ ਕਿਵੇਂ ਅਪਸ਼ਬਦ ਬੋਲਿਆ। ਫਿਰ ਕੀ ਹੁੰਦਾ? ਲੜਾਈ ਹੁੰਦੀ, ਝਗੜਾ ਹੁੰਦਾ। ਹੋ ਸਕਦਾ ਅਸੀਂ ਉਹਨੂੰ ਮਾਰ ਕੇ ਹੀ ਆ ਜਾਈਏ ਵੀ ਤੂੰ ਮੈਨੂੰ ਅਪਸ਼ਬਦ ਬੋਲਿਆ, ਤੇ ਬੋਲਿਆ ਕਿਵੇਂ? ਇਨਸਾਨ ਦੀ ਗੱਲ। ਤੇ ਰੱਬ ਨੂੰ ਕਿੰਨੇ ਬੰਦੇ ਜਿਹੜੇ ਰੋਜ਼ ਅਪਸ਼ਬਦ ਬੋਲਦੇ, ਸਵੇਰ ਤੋਂ ਲੈ ਕੇ ਸ਼ਾਮ ਤੱਕ, ਦਿਨ ਚੜ੍ਹਨ ਤੋਂ ਲੈ ਕੇ ਰਾਤ ਪੈਣ ਤੱਕ, ਕਿੰਨੇ ਬੰਦੇ ਰੱਬ ਨੂੰ ਅਪਸ਼ਬਦ ਬੋਲਦੇ ਹੋਣਗੇ। ਤੇ ਰੱਬ ਨੇ ਕਿੰਨਿਆਂ ਕਦੇ ਸਿਰ ਪਾੜੇ ਤੇ ਕਿੰਨਿਆਂ ਕੁ ਨੂੰ ਮਾਰਿਆ ਰੱਬ ਨੇ। ਉਹ ਸੀਰਾ ਤਾਤਾ ਨਹੀਂ ਹੁੰਦਾ, ਉਹਦੇ ਚ ਇਹ ਔਗਣ ਨਹੀਂ ਹੈ। ਉਹ ਇੱਕੋ ਤਰ੍ਹਾਂ ਦਾ ਹੀ ਰਹਿੰਦਾ, ਜਿੱਦਾਂ ਦਾ ਹੈ ਉਹਨੇ ਉਦਾਂ ਦਾ ਹੀ ਰਹਿਣਾ। ਮਿੱਟੀ ਦਾ ਔਗਣ ਇਹ ਹੈ, ਖੇਹ ਦਾ ਔਗਣ ਇਹ ਹੈ, ਉਹਨੇ ਉੱਡ ਕੇ ਅੰਗ ਨੂੰ ਲੱਗਣਾ ਤੇ ਉਹਨੇ ਗੰਦਲਾ ਕਰ ਦੇਣਾ। ਰੱਬ ਕਦੇ ਕਿਸੇ ਨੂੰ ਗੰਦਲਾ ਕਰਦਾ? ਰੱਬ ਤੇ ਗੰਦੇ ਹੋਏ ਇਨਸਾਨਾਂ ਨੂੰ ਵੀ ਸੁਥਰਾ ਕਰ ਦਿੰਦਾ ਹੈ। ਉਹ ਤੇ ਜਿਹੜੇ ਔਗਣਾਂ ਨਾਲ ਭਰੇ ਹੋਏ ਨੇ, ਜਿਹੜੇ ਪਤਤ ਹੋ ਚੁੱਕੇ ਨੇ, ਰੱਬ ਤੇ ਉਹਨਾਂ ਨੂੰ ਵੀ ਪੁਨੀਤ ਕਰ ਦਿੰਦਾ, ਉਹਨਾਂ ਨੂੰ ਵੀ ਪਾਵਨ ਕਰ ਦਿੰਦਾ। ਉਹ ਤੇ ਗੰਦਲਾ ਕਰਦਾ ਹੀ ਨਹੀਂ ਕਿਸੇ ਨੂੰ। ਰੱਬ ਵਿੱਚ ਇਹ ਵੀ ਔਗਣ ਨਹੀਂ ਹੈ। ਰੋੜੇ ਦਾ ਔਗਣ ਸੀ ਦੁਖੀ ਕਰਨਾ, ਦੁੱਖ ਦੇਣਾ। ਰੱਬ ਤੇ ਕਿਸੇ ਨੂੰ ਦੁੱਖ ਵੀ ਨਹੀਂ ਦਿੰਦਾ, ਦੁਖੀ ਵੀ ਨਹੀਂ ਕਰਦਾ। ਉਹ ਤੇ ਜੇ ਬੰਦਾ ਦੁਖੀ ਹੁੰਦਾ ਹੈ ਨਾ, ਕਿਉਂਕਿ ਸਾਡੇ ਮਨ 'ਚ ਹੋ ਸਕਦਾ ਲੈ ਜੀ ਇੱਕ ਪਾਸੇ ਕਹੀ ਜਾਂਦੇ ਦੁੱਖ ਵੀ ਰੱਬ ਦੇ, ਸੁੱਖ ਵੀ ਰੱਬ ਦੇ। ਨਹੀਂ, ਦੁੱਖ ਸਾਡੇ ਕਰਮਾਂ ਦੇ ਨੇ। ਜਿਹੜੇ ਕੰਮ ਅਸੀਂ ਕੀਤੇ ਨਤੀਜਾ ਤੇ ਸਾਨੂੰ ਹੀ ਮਿਲਣਾ। ਤੇ ਫਿਰ ਦੱਦਾ ਦੋਸ਼ ਨਾ ਦੇਉ ਕਿਸੇ ਦੋਸ਼ ਕਰਮਾ ਆਪਣੇ ਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਣਾ। ਮੈਂ ਰੱਬ ਨੂੰ ਨਹੀਂ ਦੋਸ਼ੀ ਠਹਿਰਾ ਸਕਦਾ। ਰੱਬਾ ਤੂੰ ਦੁੱਖ ਦਿੱਤਾ, ਕੰਮ ਮੇਰੇ ਆਪਦੇ ਹੀ ਦੁੱਖਾਂ ਵਾਲੇ ਸੀ। ਹੁਣ ਮੈਂ ਕਿਸੇ ਦੇ ਘਰ 'ਚ ਚੋਰੀ ਕਰਕੇ ਆਇਆ ਹੋਵਾਂ ਤੇ ਕੱਲ ਨੂੰ ਮੈਨੂੰ ਅਗਲੇ ਫੜ ਕੇ ਲੈ ਜਾਣ ਤੇ ਕੁੱਟਣ ਮਾਰਨ, ਹੋ ਸਕਦਾ ਸਜ਼ਾ ਦਵਾ ਕੇ ਉਹ ਜੇਲ੍ਹ ਵਿੱਚ ਭੇਜ ਦੇਣ, ਤੇ ਮੈਂ ਕਹਾਂ ਰੱਬਾ ਤੂੰ ਮੈਨੂੰ ਬੜਾ ਦੁੱਖ ਦਿੱਤਾ। ਤੇ ਰੱਬ ਨੇ ਥੋੜੀ ਕਿਹਾ ਸੀ ਵੀ ਜਾ ਲੋਕਾਂ ਘਰੇ ਚੋਰੀ ਕਰ ਜਾ ਕੇ। ਰੱਬ ਨੇ ਤਾਂ ਨਹੀਂ ਸੀ ਆਖਿਆ ਵੀ ਜਾ ਲੋਕਾਂ ਦੇ ਘਰਾਂ 'ਚ ਜਾ ਕੇ ਤਾਲੇ ਤੋੜ ਦੇ, ਦਰਵਾਜ਼ੇ ਤੋੜ ਦੇ, ਗੇਟ ਤੋੜ ਕੇ ਤੇ ਚੁੱਕ ਲਿਆ ਸਾਰਾ ਕੁਝ ਹੀ ਉਹਨਾਂ ਘਰੋਂ। ਚੋਰੀ ਮੈਂ ਕੀਤੀ ਤੇ ਨਤੀਜਾ ਵੀ ਤੇ ਮੈਨੂੰ ਹੀ ਭੋਗਣਾ ਪੈਣਾ ਨਾ। ਕੁੱਟ ਵੀ ਮੈਨੂੰ ਖਾਣੀ ਪੈਣੀ, ਮਾਰ ਵੀ ਮੈਨੂੰ ਖਾਣੀ ਪੈਣੀ, ਸਜ਼ਾ ਵੀ ਮੈਨੂੰ ਹੀ ਭੁਗਤਣੀ ਪੈਣੀ। ਹੋ ਸਕਦਾ ਜੇ ਫਾਂਸੀ ਹੋ ਜੇ ਤੇ ਫਾਂਸੀ ਵੀ ਮੈਨੂੰ ਹੀ ਲੈਣੀ ਪੈਣੀ। ਉੱਥੇ ਰੱਬ ਥੋੜੀ ਆਏਗਾ ਹੁਣ ਫਾਂਸੀ ਲੈਣਾ। ਰੱਬ 'ਚ ਔਗਣ। ਰੱਬ ਕਿਸੇ ਨੂੰ ਨਾ ਦੁੱਖ ਦਿੰਦਾ, ਨਾ ਉਹ ਕਿਸੇ ਨੂੰ ਗੰਦਲਾ ਕਰਦਾ, ਤੇ ਨਾ ਹੀ ਉਹ ਕਿਸੇ ਨਾਲ ਤੱਤਾ ਹੁੰਦਾ। ਉਹਦੇ 'ਚ ਕੋਈ ਔਗਣ ਨਹੀਂ ਹੈ। ਉਹ ਤੇ ਹੈ ਹੀ ਗੁਣਾਂ ਨਾਲ ਭਰਿਆ ਹੋਇਆ। ਤੇ ਇਨਸਾਨ ਹੁਣ ਇਹਨਾਂ ਔਗਣਾਂ ਨੂੰ ਚੁੱਕ ਕੇ ਰੱਬ ਨਾਲ ਕਿੱਥੋਂ ਮਿਲ ਜਾਏਗਾ? ਜਿਹੜਾ ਬੰਦਾ ਲੋਕਾਂ ਨੂੰ ਦੁਖੀ ਕਰਨ ਵਾਲਾ, ਉਹ ਕਿੱਥੋਂ ਰੱਬ ਨਾਲ ਮਿਲਾਪ ਹਾਸਲ ਕਰ ਲਏਗਾ? ਜਿਹੜਾ ਮਨੁੱਖ ਲੋਕਾਂ ਨੂੰ ਗੰਦਲਾ ਕਰਨ ਵਾਲਾ, ਉਹ ਰੱਬ ਨਾਲ ਮੇਲ ਕਿੱਥੋਂ ਹਾਸਲ ਕਰੇਗਾ? ਤੇ ਜਿਹੜਾ ਲੋਕਾਂ ਨਾਲ ਵੈਰ ਕਮਾਉਣ ਵਾਲਾ ਇਨਸਾਨ ਹੈ,
ਉਹ ਰੱਬ ਨਾਲ ਮਿਲਾਪ ਕਿੱਥੋਂ ਹਾਸਲ ਕਰੇਗਾ? ਇਸੇ ਕਰਕੇ ਭਗਤ ਜੀ ਨੇ ਆਖਿਆ ਹਰ ਜਨ ਐਸਾ ਚਾਹੀਐ ਜੈਸਾ ਹਰ ਹੀ ਹੋਏ। ਉਹ ਸੱਜਣਾ, ਜੇ ਤੂੰ ਰੱਬ ਨੂੰ ਮਿਲਣਾ ਚਾਹੁੰਦਾ ਹੈ ਤੇ ਫਿਰ ਉਦਾਂ ਦਾ ਹੀ ਬਣ ਕੇ ਆਉਣਾ ਪੈਣਾ ਜਿੱਦਾਂ ਦਾ ਅਕਾਲ ਪੁਰਖ ਆਪ ਹੈ। ਜੇ ਉਦਾਂ ਦਾ ਬਣ ਜਾਏਗਾ ਤੇ ਰੱਬ ਨਾਲ ਮਿਲਾਪ ਹੋ ਜਾਏਗਾ, ਤੇ ਜੇ ਉਦਾਂ ਦਾ ਨਾ ਬਣਿਆ ਤੇ ਸੱਜਣਾ ਫਿਰ ਨਹੀਂ ਉਹ ਤੇਰਾ ਮਿਲਾਪ ਹੋਣਾ। ਤੂੰ ਜਿੰਨਾ ਮਰਜ਼ੀ ਯਤਨ ਕਰ ਲਾ ਤੇ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਾ, ਅਖੀਰ ਇਹ ਗੱਲ ਮੰਨਣੀ ਪਏਗੀ ਕਿ ਲੀਨਤਾ ਉਹਨੂੰ ਹੀ ਮਿਲਦੀ ਹੈ ਜਿਹੜਾ ਉਹਦੇ ਵਰਗਾ ਬਣ ਜਾਂਦਾ ਹੈ। ਪਾਣੀ ਦੇ ਵਿੱਚ ਪਾਣੀ ਨਾਲੋਂ ਚੰਗਾ ਕੋਈ ਨਹੀਂ ਜੇ ਸਮਾ ਸਕਦਾ, ਜਿਹੜਾ ਮਰਜ਼ੀ ਪਦਾਰਥ ਪਾ ਲਓ। ਪਾਣੀ ਦੇ ਵਿੱਚ ਨਾ ਤੇਲ ਸਮਾਵੇਗਾ, ਨਾ ਪਾਣੀ ਦੇ ਵਿੱਚ ਦੁੱਧ ਨਹੀਂ ਸਮਾਉਣਾ। ਸਮਾ ਜਾਏਗਾ ਪਰ ਦੁੱਧ ਨੂੰ ਵੱਖਰਾ ਕੀਤਾ ਜਾ ਸਕਦਾ ਹੈ ਪਾਣੀ ਵਿੱਚੋਂ। ਤੇਲ ਪਹਿਲਾਂ ਹੀ ਵੱਖਰਾ ਹੈ ਕਿਉਂਕਿ ਉਹਨੇ ਉੱਤੇ ਉੱਤੇ ਹੀ ਤੈਰੀ ਜਾਣਾ। ਪਰ ਜੇ ਪਾਣੀ ਵਿੱਚ ਪਾਣੀ ਨੂੰ ਪਾ ਲਿਆ ਜਾਏ, ਦੁਨੀਆ ਦੀ ਕੋਈ ਤਾਕਤ ਨਹੀਂ ਜਿਹੜੀ ਵੱਖਰਾ ਕਰ ਸਕਦੀ ਹੋਵੇ। ਦੋ ਥਾਵਾਂ ਦਾ ਪਾਣੀ, ਇੱਕ ਸਮੁੰਦਰ ਦਾ ਕਹਿ ਲਓ ਜਿਹੜਾ ਐਨ ਖਾਰਾ ਪਾਣੀ, ਤੇ ਇੱਕ ਫਿਲਟਰ ਦਾ ਲੈ ਲਓ, ਬਾਲਟੀ ਭਰ ਲਓ, ਬਾਲਟੀ ਸਮੁੰਦਰ ਦੇ ਪਾਣੀ ਦੀ ਭਰ ਲਓ, ਮਿਕਸ ਕਰਕੇ ਦੋਵੇਂ ਟੱਬ 'ਚ ਪਾ ਦਿਓ। ਤੇ ਹੁਣ ਦੁਨੀਆ ਦਾ ਕੋਈ ਉਹ ਇਨਸਟਰੂਮੈਂਟ ਲੈ ਕੇ ਆਓ ਜਿਹੜਾ ਹਰ ਚੀਜ਼ ਨੂੰ ਵੱਖਰਾ ਕਰ ਸਕਦਾ ਹੋਵੇ, ਤੇ ਉਹਨੂੰ ਕਹੋ ਵੀ ਸੱਜਣਾ ਹੁਣ ਆਹ ਦੋ ਬਾਲਟੀਆਂ ਪਈਆਂ, ਆਹ ਟੱਬ 'ਚ ਪਾਣੀ ਇਹਨਾਂ ਦੋਵਾਂ ਬਾਲਟੀਆਂ ਦਾ ਹੀ ਹੈ, ਪਰ ਇਦਾਂ ਕਰ ਜਿਹੜਾ ਖਾਰਾ ਸੀ ਉਹ ਵੱਖਰਾ ਕਰ ਦੇ ਤੇ ਜਿਹੜਾ ਫਿਲਟਰ ਵਾਲਾ ਪਾਣੀ ਸੀ ਉਹ ਵੱਖਰਾ ਕਰ ਦੇ। ਤੇ ਉਹ ਹੱਥ ਖੜੇ ਕਰ ਜੇਗਾ ਵੀ ਮੇਰੇ ਕੋਲ ਤਾਕਤ ਨਹੀਂ ਹੈ। ਤੇ ਜੇ ਉਹੀ ਪਾਣੀ 'ਚ ਦੁੱਧ ਪਾਇਆ ਹੁੰਦਾ ਤੇ ਬੜਾ ਸੌਖਾ ਜਿਹਾ ਢੰਗ ਸੀ ਦੁੱਧ ਨੂੰ ਵੱਖਰਾ ਕਰਨ ਦਾ ਤੇ ਪਾਣੀ ਵੱਖਰਾ ਕਰਨ ਦਾ। ਤੇਲ ਤੇ ਪਾਣੀ ਨੂੰ ਵੱਖਰਾ ਕਰਨ ਦਾ ਢੰਗ ਉਹ ਹੈ ਹੀ ਵੱਖਰੇ ਵੱਖਰੇ, ਪਹਿਲਾਂ ਹੀ ਵੱਖਰੇ ਵੱਖਰੇ। ਧੁੱਪੇ ਰੱਖ ਦੋ, ਪਾਣੀ ਉੱਡ ਜਾਏਗਾ, ਤੇਲ ਬਾਕੀ ਰਹਿ ਜਾਏਗਾ। ਦੁੱਧ ਜਿਹੜਾ ਉਹਦੇ ਚੋਂ ਦੁੱਧ ਵਿੱਚੋਂ ਪਾਣੀ ਕੱਢਣਾ, ਉਹਨੂੰ ਅੱਗ ਤੇ ਰੱਖ ਦੋ, ਪਾਣੀ ਬਾਸ਼ਪੀਕਰਨ ਹੋ ਕੇ ਉੱਡ ਜਾਏਗਾ, ਦੁੱਧ ਬਾਕੀ ਰਹਿ ਜਾਏਗਾ। ਜਾਂ ਉਹਨੂੰ ਇਸ ਤਰੀਕੇ ਨਾਲ ਉਹਦੇ 'ਚ ਕੋਈ ਵਸਤੂ ਇਦਾਂ ਦੀ ਪਾ ਦਿਓ, ਦੁੱਧ ਫਟ ਜਾਏ, ਦੁੱਧ ਦੀਆਂ ਫੁੱਟੀਆਂ ਬਣ ਜਾਣਗੀਆਂ, ਪਾਣੀ ਇਕੱਲਾ ਰਹਿ ਜਾਣਾ। ਤੇ ਵੱਖਰੇ ਕਰ ਲਏ ਅਸੀਂ। ਪਰ ਜਦੋਂ ਪਾਣੀ ਵਿੱਚ ਪਾਣੀ ਪਾਤਾ ਫਿਰ ਵੱਖਰਾ ਨਹੀਂ ਹੋਏਗਾ। ਦੁਨੀਆ ਦੀ ਜਿਹੜੀ ਮਰਜ਼ੀ ਤਾਕਤ ਹੋ ਜਾਏ, ਪਰ ਭਗਤ ਕਬੀਰ ਸਾਹਿਬ ਨੇ ਇਸੇ ਤਰ੍ਹਾਂ ਜ਼ਿਕਰ ਕੀਤਾ, ਕਹਿੰਦੇ ਸੱਜਣਾ ਜੇ ਰੱਬ ਨਾਲ ਮਿਲਣਾ ਚਾਹੁੰਦੇ ਤੇ ਹਰ ਜਨ ਐਸਾ ਚਾਹੀਏ। ਰੱਬ ਦਾ ਸੇਵਕ, ਰੱਬ ਦਾ ਪਿਆਰਾ ਇਦਾਂ ਦਾ ਚਾਹੀਦਾ ਜੈਸਾ ਹਰ ਹੀ ਹੋਏ, ਜਿੱਦਾਂ ਦਾ ਉਹ ਪਰਮੇਸ਼ਵਰ ਆਪ ਹੈ। ਇਸੇ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਬੋਲੇ ਸਨ, ਜਨ ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਨੀ ਸੰਗ ਪਾਨੀ। ਤੇ ਭਗਤ ਕਬੀਰ ਸਾਹਿਬ ਜੀ ਦਾ ਪਾਵਨ ਬਚਨ ਹੈ, ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੇ ਪਛਾਨੀ। ਕਹਿੰਦੇ ਅੱਜ ਮੈਂ ਰੱਬ ਦੇ ਨਾਲ ਐਸਾ ਮਿਲਾਪ ਹਾਸਲ ਕੀਤਾ, ਦੁਨੀਆ ਦੀ ਕੋਈ ਤਾਕਤ ਨਹੀਂ ਜਿਹੜੀ ਹੁਣ ਸਾਨੂੰ ਵੱਖਰਿਆਂ ਵੱਖਰਿਆਂ ਕਰ ਸਕੇ ਜਾਂ ਪਹਿਚਾਣ ਹੀ ਸਕੇ। ਹੁਣ ਪਾਣੀ ਜਦੋਂ ਇਕੱਠਾ ਹੋ ਗਿਆ, ਅਸੀਂ ਇਹ ਨਹੀਂ ਕਹਿ ਸਕਦੇ ਕਿਹੜਾ ਪਾਣੀ ਖਾਰਾ ਤੇ ਕਿਹੜਾ ਫਿਲਟਰ ਵਾਲਾ, ਉਹ ਪਹਿਚਾਨਣਾ ਵੀ ਔਖਾ ਹੋ ਜਾਏਗਾ। ਇਸੇ ਤਰ੍ਹਾਂ ਭਗਤ ਜੀ ਕਹਿੰਦੇ ਜਦੋਂ ਰੱਬ ਦੇ ਵਿੱਚ ਮੈਂ ਮਿਲਿਆ, ਮੇਰਾ ਮਿਲਾਪ ਰੱਬ ਨਾਲ ਹੋਇਆ, ਕੋਈ ਨਾ ਸਕਿਆ ਪਛਾਣੀ। ਹੁਣ ਲੋਕਾਂ ਦੇ ਵੱਸ ਦੀ ਗੱਲ ਹੀ ਨਹੀਂ ਰਹੀ ਵੀ ਉਹ ਪਹਿਚਾਨ ਵੀ ਕਰ ਸਕਦੇ ਹੋ। ਇਸ ਤਰੀਕੇ ਨਾਲ ਅੱਜ ਭਗਤ ਜੀ ਨੇ ਬੜਾ ਪਿਆਰਾ ਜ਼ਿਕਰ ਸਾਡੇ ਸਨਮੁਖ ਕੀਤਾ ਵੀ ਜੇ ਅਸੀਂ ਰੱਬ ਨੂੰ ਮਿਲਣਾ ਚਾਹੁੰਦੇ ਹਾਂ, ਆਪਣੀ ਹੋਂਦ ਖਤਮ ਕਰਕੇ ਰੱਬ ਵਰਗੇ ਸਾਨੂੰ ਬਣਨਾ ਪਏਗਾ, ਫਿਰ ਹੀ ਅਸੀਂ ਅਕਾਲ ਪੁਰਖ ਨਾਲ ਮਿਲ ਸਕਦੇ ਹਾਂ। ਤੇ ਜਿੰਨਾ ਚਿਰ ਸਾਡੀ ਹੋਂਦ ਬਰਕਰਾਰ ਹੈ, ਨਾ ਅਸੀਂ ਰੱਬ ਨੂੰ ਮਿਲ ਸਕਦੇ ਹਾਂ ਤੇ ਨਾ ਹੀ ਸਾਡਾ ਮੇਲ ਕਦੇ ਅਕਾਲ ਪੁਰਖ ਨਾਲ ਹੋ ਸਕਦਾ ਹੈ। ਉਹਦੇ ਵਿੱਚ ਲੀਨਤਾ ਤੇ ਬੜੀ ਦੂਰ ਦੀ ਗੱਲ ਹੈ। ਇਸ ਕਰਕੇ ਕੋਸ਼ਿਸ਼ ਇਹ ਕਰਿਆ ਕਰੀਏ ਕਿ ਅਸੀਂ ਆਪਣੇ ਮਨਾਂ ਦਾ ਅਭਿਮਾਨ ਛੱਡ ਕੇ, ਹੰਕਾਰ ਛੱਡ ਕੇ, ਅਸੀਂ ਤੇ ਆਪਣੇ ਆਪੇ ਨੂੰ ਖਤਮ ਕਰਕੇ, ਨਿਮਰਤਾ ਨਾਲ ਜੀਵਨ ਭਰਪੂਰ ਕਰਕੇ ਤੇ ਅਕਾਲ ਪੁਰਖ ਦੀ ਯਾਦ ਵਿੱਚ ਜੁੜ ਕੇ ਉਹਨੂੰ ਚਿੰਤਨ ਉਹਦਾ ਹਰ ਵਕਤ ਕਰਦੇ ਰਹੀਏ, ਚੇਤੇ ਕਰਦੇ ਰਹੀਏ, ਤਾਂ ਜੋ ਉਹਦੇ ਅੰਦਰ ਸਾਨੂੰ ਲੀਨਤਾ ਮਿਲ ਜਾਏ, ਉਹਦੇ ਨਾਲ ਸਾਡਾ ਮਿਲਾਪ ਹੋ ਜਾਏ ਤੇ ਸਾਡੇ ਵੀ ਇਹ ਜੀਵਨ ਸਫਲ ਕਰਕੇ ਅਸੀਂ ਜਾਈਏ। ਉਸ ਅਕਾਲ ਪੁਰਖ ਅੱਗੇ ਹਰ ਵਕਤ ਅਰਦਾਸ, ਇੱਕ ਅਰਜ਼ੋਈ ਕਰਦੇ ਰਿਹਾ ਕਰੋ, ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾ ਦਿਨ ਰਾਤ ਨਾਨਕ ਚਾਓ ਇਹੋ, ਤਾਂ ਜੋ ਸਾਡੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ,
ਨਾਨਕ ਹਰ ਪ੍ਰਭ ਆਪੇ ਮੇਲੇ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਤਿਗੁਰਾਂ ਦੇ ਪਾਵਨ ਬਚਨ ਆਪਣੇ ਮਨਾਂ ਵਿੱਚ ਵਸਾ ਲਈਏ। ਕਬੀਰ ਪਾਨੀ ਹੁਆ ਤਾਂ ਕਿਆ ਪਿਆ, ਸੀਰਾ ਤਾਤਾ ਹੋਏ। ਹਰ ਜਨ ਐਸਾ ਚਾਹੀਐ, ਜੈਸਾ ਹਰ ਹੀ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਵਾਹਿਗੁਰੂ 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 ਵਾਹਿਗੁਰੂ